ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਟਾਰਗੇਟ ਆਫ ਪੰਜਾਬ ਐਗਜ਼ਾਮ ਚੈਨਲ ਔਰ ਤੁਹਾਡਾ ਬਹੁਤ ਸਵਾਗਤ ਹੈ ਇਸ ਚੈਨਲ ਤੇ, ਜਿਸ ਚੈਨਲ ਦਾ ਪੂਰਾ ਮਕਸਦ ਇੱਕੋ ਹੀ ਹੈ ਕਿ ਤੁਹਾਨੂੰ ਅਸੀਂ ਫ੍ਰੀ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਾਵਾਂਗੇ ਔਰ ਫ੍ਰੀ ਵੀਡੀਓਜ਼, ਲੈਕਚਰ A to Z ਹਰ ਚੀਜ਼ ਤੁਹਾਨੂੰ ਜੇਲ੍ਹ ਵਾਰਡਨ ਔਰ ਪੰਜਾਬ ਕਾਂਸਟੇਬਲ ਦੀ ਤਿਆਰੀ ਦੇ ਲਈ ਪ੍ਰੋਵਾਈਡ ਕਰਵਾਵਾਂਗੇ। ਔਰ ਅੱਜ ਅਸੀਂ ਲਾਈਵ ਹੋਏ ਹਾਂ ਰੀਜ਼ਨਿੰਗ ਦੇ ਸਿਟਿੰਗ ਅਰੇਂਜਮੈਂਟ ਦੇ ਟਾਈਪ 2 ਨੂੰ ਲੈ ਕੇ। ਟਾਈਪ 1 ਦੀ ਵੀਡੀਓ ਅਸੀਂ ਕੱਲ ਬ੍ਰੌਡਕਾਸਟ ਕਰ ਦਿੱਤੀ ਸੀ ਔਰ ਬਹੁਤ ਸਾਰੇ ਬੱਚਿਆਂ ਨੇ ਉਸ ਨੂੰ ਦੇਖਿਆ ਔਰ ਬਹੁਤ ਸਾਰੇ ਬੱਚਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਮੋਟੀਵੇਸ਼ਨਲ ਐਪਰੀਸ਼ੀਏਸ਼ਨ ਕਮੈਂਟ ਵੀ ਦਿੱਤੇ। ਤਾਂ ਥੈਂਕ ਯੂ ਉਹਨਾਂ ਬੱਚਿਆਂ ਦਾ। ਸਾਡਾ ਇਹੀ ਮਕਸਦ ਹੈ ਕਿ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਅਸੀਂ ਮਟੀਰੀਅਲ ਪ੍ਰੋਵਾਈਡ ਕਰਵਾਈਏ ਔਰ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਅਸੀਂ ਜੋ ਸਟੱਡੀ ਦੇ ਕਨਸੈਪਟ ਨੇ ਉਹ ਸਮਝਾ ਪਾਈਏ। ਤਾਂ ਅੱਜ ਆਪਾਂ ਟਾਈਪ 2 ਤੇ ਗੱਲ ਕਰਾਂਗੇ। ਮੈਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਯਾਦ ਕਰਵਾਉਣਾ ਚਾਹਾਂਗਾ, ਅਸੀਂ YouTube ਦੇ ਉੱਪਰ ਤੁਹਾਨੂੰ ਜੋ ਕੁਝ ਵੀ ਪੜ੍ਹਾ ਰਹੇ ਹਾਂ ਇਹਦੇ ਰਿਗਾਰਡਿੰਗ ਜਿੰਨਾ ਵੀ ਸਟੱਡੀ ਮਟੀਰੀਅਲ ਹੈ ਉਹ ਤੁਹਾਨੂੰ ਗ੍ਰੇਸ ਅਕੈਡਮੀ ਦੀ ਐਪ ਤੋਂ ਡਾਊਨਲੋਡ ਕਰਨਾ ਪਵੇਗਾ। ਤਾਂ ਉਸ ਦੇ ਲਈ ਤੁਸੀਂ ਗੂਗਲ ਪਲੇ ਸਟੋਰ ਤੇ ਜਾਓ ਔਰ ਸਰਚ ਕਰੋ ਗ੍ਰੇਸ ਅਕੈਡਮੀ ਔਰ ਉਹਦੇ ਵਿੱਚ ਜਦੋਂ ਹੀ ਤੁਸੀਂ ਐਡ ਹੋਵੋਗੇ ਤਾਂ ਤੁਸੀਂ ਪੰਜਾਬ ਐਗਜ਼ਾਮ ਦੇ ਸੈਕਸ਼ਨ ਵਿੱਚ ਜਾਓਗੇ, ਜਿਹਦੇ ਵਿੱਚ ਸਟੱਡੀ ਮਟੀਰੀਅਲ ਦੇ ਨਾਮ ਦਾ ਇੱਕ ਫੋਲਡਰ ਹੋਏਗਾ, ਜਿਸ ਵਿੱਚ ਤੁਸੀਂ A to Z ਜਿੰਨਾ ਵੀ ਤੁਹਾਨੂੰ ਅਸੀਂ ਲਾਈਵ ਪੜ੍ਹਾ ਰਹੇ ਹਾਂ ਉਸ ਦੇ ਰਿਗਾਰਡਿੰਗ ਜਿੰਨੇ ਵੀ ਕੁਐਸਚਨ ਨੇ ਔਰ ਉਸ ਤੋਂ ਸਰਪਲਸ ਕੁਝ ਐਕਸਟਰਾ ਕੁਐਸਚਨ ਤੁਹਾਨੂੰ ਪ੍ਰੈਕਟਿਸ ਦੇ ਲਈ ਦਿੱਤੇ ਜਾਣਗੇ। ਤੁਸੀਂ ਉੱਥੋਂ ਡਾਊਨਲੋਡ ਕਰੋ ਔਰ ਸਟੱਡੀ ਕਰੋ। ਔਰ ਉਸ ਐਪ ਦੇ ਵਿੱਚ ਇੱਕ ਖੂਬਸੂਰਤੀ ਇਹ ਵੀ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਕੁਐਸਚਨ ਦੇ ਵਿੱਚ ਕੋਈ ਵੀ ਡਾਊਟ ਆਉਂਦਾ ਹੈ, ਤੁਸੀਂ ਸਾਨੂੰ ਉੱਥੇ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਚੈਟ ਸੈਕਸ਼ਨ ਦੇ ਵਿੱਚ ਮੈਸੇਜ ਸੈਂਡ ਕਰੋ, ਅਸੀਂ ਤੁਹਾਨੂੰ ਇਨਸਟੈਂਟ ਉਸ ਦਾ ਰਿਪਲਾਈ ਕਰਾਂਗੇ। ਚਲੋ, ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਅੱਜ ਦਾ ਜੋ ਆਪਣਾ ਲੈਕਚਰ ਹੈ ਬਹੁਤ ਹੀ ਇੰਪੋਰਟੈਂਟ ਹੈ ਸਿਟਿੰਗ ਅਰੇਂਜਮੈਂਟ ਟਾਈਪ 2 ਦਾ, ਕਿਉਂਕਿ ਅਗਰ ਤੁਸੀਂ ਇਸ ਨੂੰ ਸਿੱਖ ਲੈਂਦੇ ਹੋ ਇਹਦੇ ਬਿਹਾਫ ਤੇ ਤੁਸੀਂ 2 ਤੋਂ 3 ਨੰਬਰ ਆਪਣੇ ਰੀਜ਼ਨਿੰਗ ਦੇ ਕਿਸੇ ਵੀ ਐਗਜ਼ਾਮ, ਪੰਜਾਬ ਦਾ ਕੋਈ ਵੀ ਐਗਜ਼ਾਮ, ਚਾਹੇ ਉਹ ਪੰਜਾਬ ਦਾ ਹੈੱਡ ਕਾਂਸਟੇਬਲ ਦਾ ਹੈ, ਕਾਂਸਟੇਬਲ ਦਾ ਹੈ ਜਾਂ ਫਿਰ ਕਿਸੇ ਵੀ ਜੇਲ੍ਹ ਵਾਰਡਨ ਜਾਂ ਕੋਈ ਔਰ ਪੰਜਾਬ ਦਾ ਐਗਜ਼ਾਮ, ਇਵਨ ਕਿ PCS ਤੱਕ ਵੀ ਰੀਜ਼ਨਿੰਗ ਨੂੰ ਐਗਜ਼ਾਮ ਦੇ ਵਿੱਚ ਪਾਇਆ ਜਾਂਦਾ ਹੈ। ਚਲੋ, ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਸਕਰੀਨ ਵੱਲ ਮੂਵ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਉਮੀਦ ਕਰਦਾ ਹਾਂ ਤੁਸੀਂ ਸਭ ਠੀਕ ਹੋਵੋਗੇ, ਰਾਜੀ ਖੁਸ਼ੀ ਹੋਵੋਗੇ। ਔਰ ਚਲੋ ਆਪਾਂ ਪੜ੍ਹਦੇ ਹਾਂ। ਔਰ ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਸਿਟਿੰਗ ਅਰੇਂਜਮੈਂਟ ਟਾਈਪ 2 ਹੈ ਜੀ। ਤੁਹਾਨੂੰ ਯਾਦ ਹੈ ਆਪਣੀ ਪਰਸੋਂ ਇੱਕ ਵੀਡੀਓ ਆਈ ਸੀ, ਉਹ ਟਾਈਪ 1 ਤੇ ਆਈ ਸੀ, ਜਿਸ ਵਿੱਚ ਆਪਾਂ ਨੇ ਸਰਕਲ ਦੇ ਵਿੱਚ ਪਰਸਨ ਬਿਠਾਣੇ ਨੇ ਔਰ ਉਹਨਾਂ ਦੀ ਅਗਰ ਸਿਟਿੰਗ ਅਰੇਂਜਮੈਂਟ ਆਏ ਤਾਂ ਅਸੀਂ ਉਸਨੂੰ ਕਿਵੇਂ ਟੈਕਲ ਕਰਨਾ ਹੈ ਜੀ। ਅੱਜ ਜੋ ਆਪਾਂ ਥੋੜਾ ਜਿਹਾ ਚੇਂਜ ਗੱਲ ਕਰਾਂਗੇ। ਅੱਜ ਦੀ ਜੋ ਗੱਲ ਹੈ ਟਾਈਪ 2 ਦੀ ਹੈ। ਜੋ ਆਪਣੇ ਕੋਲ ਸਿਟਿੰਗ ਅਰੇਂਜਮੈਂਟ ਹੈ ਉਹ ਟਾਈਪ 2 ਹੈ। ਟਾਈਪ 2 ਦੇ ਵਿੱਚ ਕੀ ਫਰਕ ਹੋਏਗਾ? ਟਾਈਪ 2 ਦੇ ਵਿੱਚ ਪਹਿਲਾਂ ਆਪਾਂ ਨੂੰ ਸਰਕਲ ਦਿੱਤਾ ਜਾਂਦਾ ਸੀ, ਇਸ ਵਾਰ ਆਪਾਂ ਨੂੰ ਸਰਕਲ ਦੀ ਬਜਾਏ ਆਪਾਂ ਨੂੰ ਲਾਈਨ ਦਿੱਤੀ ਜਾਏਗੀ। ਇੱਕ ਲਾਈਨ ਦੇ ਵਿੱਚ, ਲਾਈਨ ਮੀਨਸ ਉਹ ਬੈਂਚ ਵੀ ਹੋ ਸਕਦਾ ਹੈ, ਇੱਕ ਰੋ ਵੀ ਹੋ ਸਕਦੀ ਹੈ, ਕੁਝ ਵੀ ਇਹੋ ਜਿਹਾ ਕੰਸੀਡਰ ਕੀਤਾ ਜਾ ਸਕਦਾ ਹੈ। ਇੱਕ ਲਾਈਨ ਦੇ ਵਿੱਚ ਪਰਸਨ ਬੈਠੇ ਨੇ, ਤੁਸੀਂ ਉਹਦਾ ਲੈਫਟ ਰਾਈਟ ਆਪਾਂ ਨੇ ਫਾਈਂਡ ਕਰਨਾ ਹੋਏਗਾ। ਇਸ ਦੇ ਵੀ ਦੋ ਟਾਈਪ ਹੁੰਦੇ ਨੇ, ਜਾਂ ਤਾਂ ਉਹ ਲਾਈਨ ਇਸ ਤਰ੍ਹਾਂ ਦੇਵੇਗਾ, ਖੱਬੇ ਤੋਂ ਸੱਜੇ ਪਾਸੇ ਵੱਲ ਬੈਠੇ ਹੋਏ ਨੇ, ਜਾਂ ਫਿਰ ਉਹ ਲਾਈਨ ਇਸ ਤਰੀਕੇ ਨਾਲ ਜਨਰੇਟ ਕਰੇਗਾ ਕਿ ਕੁਝ ਚੀਜ਼ਾਂ ਨੇ ਜੋ ਉੱਪਰ ਤੋਂ ਨੀਚੇ ਵੱਲ, ਜੇ ਮੈਂ ਇੰਗਲਿਸ਼ 'ਚ ਕਹਾਂ ਬਾਟਮ ਟੂ ਟੌਪ ਬੈਠੀਆਂ ਹੋਈਆਂ ਨੇ ਜਾਂ ਰੱਖੀਆਂ ਹੋਈਆਂ ਨੇ। ਤਾਂ ਇਹ ਦੋ ਟਾਈਪ ਆਉਂਦੇ ਨੇ ਇਹਦੇ ਵਿੱਚ। ਜੋ ਅੱਜ ਦੀ ਆਪਣੀ ਵੀਡੀਓ ਹੈ, ਇਸ ਵੀਡੀਓ ਦੇ ਵਿੱਚ ਆਪਾਂ ਇਹ ਦੋਨੋਂ ਟਾਈਪ ਅੱਜ ਦੇ ਕਵਰ ਕਰਾਂਗੇ ਕਿ ਅਗਰ ਇਸ ਤਰ੍ਹਾਂ ਦਾ ਕੁਐਸਚਨ ਆ ਜਾਏ ਤਾਂ ਕਿਵੇਂ ਸੋਲਵ ਕੀਤਾ ਜਾ ਸਕਦਾ ਹੈ, ਅਗਰ ਇਸ ਤਰ੍ਹਾਂ ਦਾ ਕੁਐਸਚਨ ਆ ਜਾਏ ਤਾਂ ਹਾਊ ਟੂ ਸੋਲਵ ਦਿਸ ਟਾਈਪ ਆਫ ਕੁਐਸਚਨ, ਹੈ ਨਾ। ਚਲੋ ਜੀ, ਸਟਾਰਟ ਕਰਦੇ ਹਾਂ। ਕੁਝ ਬਰੀਕੀਆਂ ਪਹਿਲਾਂ ਸਾਨੂੰ ਜੋ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ, ਅਗਰ ਅਸੀਂ ਉਹਨਾਂ ਤੇ ਥੋੜਾ ਜਿਹਾ ਟਾਈਮ ਲਗਾ ਲਿਆ ਤਾਂ ਸਾਡਾ ਕੁਐਸਚਨ ਕਦੀ ਵੀ ਗਲਤ ਨਹੀਂ ਹੋਵੇਗਾ। ਚਲੋ, ਮੈਂ ਇੱਕ ਵਾਰ ਇਸ ਨੂੰ ਰਬ ਕਰਦਾ ਹਾਂ ਔਰ ਮੈਂ ਤੁਹਾਨੂੰ ਦੁਬਾਰੇ ਦੱਸਾਂਗਾ ਕਿਸ ਤਰ੍ਹਾਂ ਦੇ ਮੇਨ ਜੋ ਪਾਰਟ ਹੋਣਗੇ ਸਾਨੂੰ ਨਿਗਾਹ ਵਿੱਚ ਰੱਖਣੇ ਪੈਣਗੇ ਇਸ ਤਰ੍ਹਾਂ ਦੇ ਕੁਐਸਚਨ ਨੂੰ ਸੋਲਵ ਕਰਦੇ ਸਮੇਂ ਜੀ। ਵੈਲ, ਦੇਖੋ, ਜਦੋਂ ਇਹ ਇਸ ਤਰ੍ਹਾਂ ਦਾ ਕੁਐਸਚਨ ਆਏਗਾ ਤਾਂ ਅਸੀਂ ਇੱਕ ਲਾਈਨ ਤਿਆਰ ਕਰਾਂਗੇ, ਇਸ ਤਰ੍ਹਾਂ ਕੁਝ ਲਾਈਨ ਤਿਆਰ ਕਰਾਂਗੇ। ਔਰ ਇੱਕ ਗੱਲ ਯਾਦ ਰੱਖਿਓ, ਜਦੋਂ ਵੀ ਕੋਈ ਸਿਟਿੰਗ ਅਰੇਂਜਮੈਂਟ ਕਿਸੇ ਵੀ ਟਾਈਪ ਦਾ ਆ ਜਾਏ, ਚਾਹੇ ਉਹ ਸਰਕਲ ਟਾਈਪ ਦਾ ਆ ਜਾਏ, ਚਾਹੇ ਉਹ ਲਾਈਨ ਦੇ ਵਿੱਚ ਲੋਕ ਬੈਠੇ ਹੋਣਗੇ, ਤੁਸੀਂ ਹਮੇਸ਼ਾ ਦੋ ਲਾਈਨ ਲੈ ਕੇ ਚੱਲਣੀਆਂ ਨੇ ਜਾਂ ਦੋ ਸਰਕਲ ਲੈ ਕੇ ਚੱਲਣੇ ਨੇ। ਇਹ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਕੰਸੈਪਟ ਸਿੱਖ ਲਿਆ ਸੀ। ਇਹਦੇ ਨਾਲ ਤੁਹਾਡਾ ਕਦੀ ਵੀ ਕੁਐਸਚਨ ਗਲਤ ਨਹੀਂ ਹੋਏਗਾ ਸਿਟਿੰਗ ਅਰੇਂਜਮੈਂਟ ਦਾ। ਚਾਹੇ ਤੁਹਾਨੂੰ ਸਰਕਲ ਦੇ ਵਿੱਚ ਪੁੱਛਿਆ ਜਾਏ, ਚਾਹੇ ਤੁਹਾਨੂੰ ਲਾਈਨ ਦੇ ਵਿੱਚ ਪੁੱਛਿਆ ਜਾਵੇ,
ਤਾਂ ਬੱਚੋ ਹਮੇਸ਼ਾ ਹੀ ਦੋ ਲਾਈਨਸ ਜਾਂ ਦੋ ਸਰਕਲ ਲੈ ਕੇ ਚੱਲੋ ਪੈਰਲਲ। ਇਹਦੇ ਨਾਲ ਤੁਹਾਡਾ ਕੁਐਸਚਨ ਆਸਾਨ ਵੀ ਹੋ ਜਾਂਦਾ ਹੈ ਔਰ ਪੋਸਿਬਿਲਿਟੀਜ਼ ਵੀ ਖਤਮ ਹੋ ਜਾਂਦੀਆਂ ਨੇ, ਬਹੁਤ ਘਟ ਜਾਂਦੀਆਂ ਨੇ। ਵੈਲ, ਜਿਵੇਂ ਆਪਣੇ ਕੋਲ ਲਾਈਨ ਦੇ ਵਿੱਚ ਕੋਈ ਪਰਸਨ ਦੀ ਸੀਟਿੰਗ ਅਰੇਂਜਮੈਂਟ ਆਉਂਦੀ ਹੈ ਤਾਂ ਆਪਾਂ ਉਸ ਨੂੰ ਕਿਸ ਤਰੀਕੇ ਨਾਲ ਸੋਲਵ ਕਰਾਂਗੇ। ਸਭ ਤੋਂ ਪਹਿਲਾ ਪੁਆਇੰਟ ਤੁਸੀਂ ਨਜ਼ਰ ਵਿੱਚ ਰੱਖਣਾ ਹੈ, ਇਹ ਜੋ ਹਿੱਸਾ ਹੈ ਜਿਸ ਨੂੰ ਮੈਂ ਸਰਕਲ ਕਰ ਰਿਹਾ ਹਾਂ, ਇਸ ਨੂੰ ਖੱਬਾ ਕਿਨਾਰਾ ਕਿਹਾ ਜਾਂਦਾ ਹੈ। ਖੱਬਾ ਕਿਨਾਰਾ, ਇਹ ਚੀਜ਼ ਨੂੰ ਧਿਆਨ ਵਿੱਚ ਰੱਖਣਾ। ਅਗਰ ਪੰਜਾਬੀ ਦੇ ਵਿੱਚ ਕੁਐਸਚਨ ਆਏਗਾ ਤਾਂ ਖੱਬਾ ਕਿਨਾਰਾ ਕਹਿਣਗੇ। ਅਗਰ ਬੱਚੇ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਤਾਂ ਇਸ ਨੂੰ ਲੈਫਟ ਹੈਂਡ ਕਿਹਾ ਜਾਂਦਾ ਹੈ, ਜਾਂ ਲੈਫਟ ਐਂਡ ਕਿਹਾ ਜਾਂਦਾ ਹੈ ਇਸ ਪਾਰਟ ਨੂੰ ਵੀ। ਬੜੇ ਹੀ ਧਿਆਨ ਨਾਲ ਇਸ ਚੀਜ਼ ਨੂੰ ਸਮਝਣਾ ਬੱਚੋ। ਐਜ਼ ਇਟ ਇਜ਼ ਇਸ ਪਾਰਟ ਦੀ ਗੱਲ ਕਰੀਏ ਤਾਂ ਇਸ ਨੂੰ ਸੱਜਾ ਕਿਨਾਰਾ ਕਿਹਾ ਜਾਂਦਾ ਹੈ। ਇਸ ਨੂੰ ਜੋ ਹੈ ਉਹ ਸੱਜਾ ਕਿਨਾਰਾ ਕਿਹਾ ਜਾਂਦਾ ਹੈ। ਠੀਕ ਹੈ, ਇੰਗਲਿਸ਼ 'ਚ ਗੱਲ ਕਰਾਂ ਤਾਂ ਇਸ ਨੂੰ ਤੁਸੀਂ ਰਾਈਟ ਐਂਡ ਕਹਿ ਸਕਦੇ ਹੋ। ਰਾਈਟ ਐਂਡ, ਰਾਈਟ ਸਾਈਡ ਨਹੀਂ ਬੱਚੇ, ਰਾਈਟ ਐਂਡ ਕਿਨਾਰਾ ਹੈ ਜੀ। ਠੀਕ ਹੈ, ਓਕੇ। ਪਹਿਲੀ ਬਰੀਕੀ ਆਪਾਂ ਨੇ ਇਹ ਜੋ ਨਜ਼ਰ ਵਿੱਚ ਰੱਖੀ ਕਿ ਇਹ ਕਾਰਨਰ ਨੂੰ ਖੱਬਾ ਕਿਨਾਰਾ ਕਿਹਾ ਜਾਏਗਾ, ਇਸ ਕਾਰਨਰ ਨੂੰ ਸੱਜਾ ਕਿਨਾਰਾ ਕਿਹਾ ਜਾਏਗਾ। ਉਸ ਤੋਂ ਬਾਅਦ ਜਦੋਂ ਕੋਈ ਪਰਸਨ ਬੈਠੇਗਾ, ਮੰਨ ਲਓ ਇੱਥੇ ਪਰਸਨ ਨੂੰ ਅਸੀਂ ਬਿਠਾਇਆ, ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਸ ਪਰਸਨ ਦਾ ਖੱਬਾ ਹੱਥ ਕਿਹੜਾ ਹੈ, ਸੱਜਾ ਹੱਥ ਕਿਹੜਾ ਹੈ। ਦੇਖੋ, ਇਸ ਪਰਸਨ ਦਾ ਇਸ ਸਾਈਡ ਖੱਬਾ ਹੱਥ ਆਏਗਾ, ਜਿਹਨੂੰ ਤੁਸੀਂ ਲੈਫਟ ਹੈਂਡ ਕਹਿ ਸਕਦੇ ਹੋ। ਇਸ ਨੂੰ ਤੁਸੀਂ ਲੈਫਟ ਹੈਂਡ ਕਹਿ ਸਕਦੇ ਹੋ। ਔਰ ਇਸ ਸਾਈਡ ਇਸ ਪਰਸਨ ਦਾ ਸੱਜਾ ਹੱਥ ਆਏਗਾ, ਜਿਸ ਨੂੰ ਤੁਸੀਂ ਰਾਈਟ ਹੈਂਡ ਕਹਿ ਸਕਦੇ ਹੋ। ਮੈਂ ਤੁਹਾਨੂੰ ਵਾਪਸ ਯਾਦ ਕਰਵਾਵਾਂ, ਜੋ ਆਪਣੀ ਪਿਛਲੀ ਵੀਡੀਓ ਹੋਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ, ਜਦੋਂ ਵੀ ਕੋਈ ਪਰਸਨ ਉੱਪਰ ਵੱਲ ਨੂੰ ਮੂੰਹ ਕਰਕੇ ਬੈਠਾ ਹੈ, ਉੱਪਰ ਵੱਲ ਦਾ ਮਤਲਬ ਹੁੰਦਾ ਬੱਚੋ ਉੱਤਰ, ਨਾਰਥ ਵੱਲ, ਜਾਂ ਫਿਰ ਤੁਸੀਂ ਆਪਣੀ ਕਾਪੀ ਤੇ ਜਦੋਂ ਵੀ ਨੋਟਬੁੱਕ ਤੇ ਉੱਪਰ ਨੂੰ ਲਾਈਨ ਕਰਦੇ ਹੋ ਨਾ, ਤਾਂ ਉਹ ਨਾਰਥ ਨੂੰ ਹੀ ਕੰਸੀਡਰ ਕੀਤੀ ਜਾਂਦੀ ਹੈ। ਜੋ ਆਦਮੀ ਨਾਰਥ ਵੱਲ ਫੇਸ ਕਰਕੇ ਬੈਠਾ ਹੈ, ਉਸ ਦਾ ਖੱਬਾ ਹੱਥ ਤੁਹਾਡਾ ਖੱਬਾ ਹੱਥ ਹੋਏਗਾ, ਔਰ ਉਸੇ ਦਾ ਸੱਜਾ ਹੱਥ ਤੁਹਾਡੇ ਵਾਲਾ ਹੀ ਸੱਜਾ ਹੱਥ ਹੋਏਗਾ। ਸੇਮ ਐਜ਼ ਇਟ ਇਜ਼ ਇਹਦੇ ਵਿੱਚ ਉਹੀ ਚੀਜ਼ ਆਪਾਂ ਨੇ ਕੀਤੀ ਹੈ। ਇਹ ਲੈਫਟ ਹੈਂਡ ਔਰ ਇਹ ਰਾਈਟ ਹੈਂਡ ਪਾਰਟ ਆਪਣਾ ਆਇਆ। ਇਸ ਤੋਂ ਬਾਅਦ ਜੋ ਅਗਲੀ ਬਰੀਕੀ ਹੈ ਉਹ ਇਹ ਹੈ, ਆਪਾਂ ਉਹ ਵੀ ਉਸ ਚੀਜ਼ ਨੂੰ ਵੀ ਨਜ਼ਰ 'ਚ ਕਰ ਲੈਂਦੇ ਹਾਂ। ਜਿਵੇਂ ਇੱਕ ਲਾਈਨ ਆਈ, ਇਹਦੇ ਵਿੱਚ ਅਗਲਾ ਕੀ ਧਿਆਨ ਰੱਖਣਾ ਹੈ। ਮੰਨ ਲਓ ਇੱਥੇ A ਪਰਸਨ ਬੈਠਾ ਹੈ ਔਰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਤੁਹਾਡੇ ਤੋਂ ਜਾਂ ਤੁਹਾਨੂੰ ਦੱਸਿਆ ਗਿਆ ਕਿ ਜਿਹੜਾ B ਆਦਮੀ ਹੈ ਨਾ, ਉਹ A ਦੇ ਫਰੰਟ ਵਿੱਚ ਬੈਠਾ ਹੈ, A ਦੇ ਅੱਗੇ ਵੱਲ ਬੈਠਾ ਹੈ। ਅਸੀਂ ਮੋਸਟਲੀ ਕੀ ਕਰਦੇ ਹਾਂ ਕਿ ਅੱਗਾ ਆ ਸਮਝ ਲੈਂਦੇ ਹਾਂ, ਆਹ ਵਾਲੀ ਸਾਈਡ, ਕਿ ਅੱਗੇ ਮੀਨਸ ਇੱਧਰ ਹੈ। बट बच्चों इस तरह नहीं है, ये डिपेंड करता है, अग्गा इस साइड भी हो सकता है, फ्रंट जो है इस साइड भी आ सकता है। वो क्वेश्चन पे डिपेंड करेगा केड़ी साइड खाली है, वो ए दी फ्रंट साइड इधर भी कंसीडर की जाती है, ए दी फ्रंट साइड इधर भी कंसीडर की जाती है। अगे जाके इस चीज को आप करांगे। और बच्चों इस तो बाद अगर आप गल करिए ਤਾਂ ਇਹ ਪੁਆਇੰਟ ਆਪਣੇ ਕੋਲ ਇਸ ਤਰ੍ਹਾਂ ਰਹਿ ਸਕਦਾ ਹੈ ਕਿ ਇਸ ਤਰ੍ਹਾਂ ਦੇ ਕੁਐਸਚਨ ਨੂੰ ਤੁਸੀਂ ਵਿਚਾਲੋਂ ਬੜਾ ਰੇਅਰ ਹੈ ਸ਼ੁਰੂ ਕਰ ਪਾਓ। ਇਹੋ ਜਿਹਾ ਕੁਐਸਚਨ ਤੁਹਾਨੂੰ ਇਸ ਕਿਨਾਰਿਆਂ ਤੋਂ ਹੀ ਕਿਤੋਂ ਨਾ ਕਿਤੋਂ ਸ਼ੁਰੂ ਕਰਨਾ ਪੈ ਸਕਦਾ ਹੈ। ਆ ਗੱਲ ਰਹੇਗੀ। ਔਰ ਇੱਕ ਪੁਆਇੰਟ ਹੋਰ ਨਜ਼ਰ ਵਿੱਚ ਬੱਚੋ ਤੁਸੀਂ ਰੱਖਣਾ ਹੈ, ਉਹ ਇਹ ਹੈ, ਕਈ ਵਾਰੀ ਹੈ ਨਾ ਕੁਐਸਚਨ ਦੇ ਵਿੱਚ ਕੁਝ ਇਸ ਤਰ੍ਹਾਂ ਬੋਲਦਾ ਹੈ ਕਿ ਮੰਨ ਲਓ ਇਹ A ਹੈ, ਇੱਥੇ A ਬਿਠਾਇਆ ਆਪਾਂ ਨੇ, ਕਹਿੰਦਾ A ਦੇ ਨਾਲ B ਬੈਠਾ ਹੈ, A ਦੇ ਨਾਲ B ਬੈਠਾ ਹੈ। ਬਹੁਤ ਸਾਰੇ ਬੱਚਿਆਂ ਦੇ ਮਨ 'ਚ ਡਾਊਟ ਹੋਊਗਾ, ਨਾਲ मतलब किस साइड? बच्चे नाल दोनों साइड हो सकता है, इधर भी B हो सकता है बच्चों और इस साइड भी B बैठ सकता है। इस चीज से भी प्लीज ध्यान देना। कुल मिला के अपन ने 4 ਤੋਂ 5 ਪੁਆਇੰਟ ਜੋ ਨੇ ਉਹ ਇਸ ਟਾਈਪ ਦੇ ਕੁਐਸਚਨ ਨੂੰ ਕਰਨ ਦੇ ਲਈ ਦੇਖੇ ਨੇ। ਪਹਿਲਾ ਟਾਈਪ ਇਹ ਸੀ ਕਿ ਜੋ ਇੱਕ ਕਿਨਾਰਾ ਹੈ, ਇਹ ਵਾਲਾ ਜੋ ਆਪਣਾ ਕਿਨਾਰਾ ਹੈ, ਇਸ ਨੂੰ ਖੱਬਾ ਐਂਡ ਬੋਲਦੇ ਹਾਂ ਔਰ ਇਸ ਕਿਨਾਰੇ ਨੂੰ ਆਪਾਂ ਸੱਜਾ ਐਂਡ ਬੋਲਦੇ ਹਾਂ। दूसरी गल आपने ये आखी थी कि अगर कोई आदमी उपर वाल फेस करके बैठा है तो ओदा खब्बा तुहाडा खब्बा हाथ होएगा और ओदा सज्जा तुहाडे वाला ही सज्जा हाथ होएगा। तीसरी गल आपने ये आखी थी कि जेकर वो पूछता है कि कोई आदमी है और जिवें ये आदमी है, ये सामने B आदमी बैठा है तो सामने बच्चे दोनों साइड हो सकता है, ए साइड भी हो सकता है, ए साइड भी हो सकता है। और तीसरी गल आपने ये आखी सी कई बार ये क्या जाता है कि ए दे नाल भी बैठा है, ए दे नाल, तो बच्चों नाल दोनों साइड हो सकता है, ए साइड भी हो सकता है और ए साइड भी हो सकता है।
मैं उम्मीद करदा ये कुछ बेसिक 4 जो मेन प्रॉपर्टी सन या मेन टाइप सन तुसी रीजनिंग दे समझदे होएगे। रीजनिंग नहीं मैं कह सकदा सिटिंग अरेंजमेंट दे टाइप ਦੀ ਗੱਲ ਕਰ ਸਕਦੇ ਹਾਂ। इसमें ਤੁਸੀਂ बेटर समझदे होगे। चलो ਆਪਾਂ जो कुछ ਸਿੱਖਿਆ इसਨੂੰ ਇੰਪਲੀਮੈਂਟ ਵੀ ਕਰਕੇ ਦੇਖਦੇ ਹਾਂ ਕਿ ਜੋ ਅਸੀਂ ਚੀਜ਼ਾਂ ਨੂੰ ਲਿਖਿਆ ਹੈ ਜਾਂ ਜੋ ਚੀਜ਼ਾਂ ਨੂੰ ਅਸੀਂ ਹੁਣ ਸਿੱਖਿਆ ਹੈ ਕਿ ਉਹ ਸਾਰੀਆਂ ਚੀਜ਼ਾਂ ਇੰਪਲੀਮੈਂਟ ਹੋ ਰਹੀਆਂ ਨੇ ਕੁਐਸਚਨ ਦੇ ਵਿੱਚ। ਚਲੋ ਜੀ ਸਟਾਰਟ ਕਰਾਂਗੇ ਆਪਾਂ ਇਸ ਕੁਐਸਚਨ ਨੂੰ। क्वेश्चन ਨੂੰ ਪੜਨ ਦਾ ਤਰੀਕਾ ਸਭ ਤੋਂ ਪਹਿਲਾਂ ਤਾਂ ਕੁਐਸਚਨ 'ਚ ਪਤਾ ਕਿਵੇਂ ਚੱਲੇਗਾ ਕਿ ਇਹ ਕੁਐਸਚਨ ਸਰਕਲ ਵਾਲਾ ਹੈ ਜਾਂ ਇਹ ਕੁਐਸਚਨ ਲਾਈਨ ਦੇ ਵਿੱਚ ਬੱਚਿਆਂ ਦੇ ਲਈ ਸਾਨੂੰ ਦਿੱਤਾ ਗਿਆ ਹੈ। ਤਾਂ ਚਲੋ ਜੀ ਆਪਾਂ ਦੇਖਦੇ ਹਾਂ ਕਿਵੇਂ ਪਤਾ ਚੱਲੇਗਾ। ਜਿਵੇਂ ਹੀ ਆਪਾਂ ਕੁਐਸਚਨ ਨੂੰ ਪੜਿਆ ਕਹਿੰਦਾ 5 ਦੋਸਤ A B C D ਅਤੇ E ਇੱਕ ਬੈਂਚ ਤੇ ਬੈਠੇ ਨੇ। ਜਿਵੇਂ ਹੀ ਉਸਨੇ ਬੈਂਚ ਆਖਿਆ ਤਾਂ ਬੈਂਚ ਤੋਂ ਮੈਨੂੰ ਇੱਕ ਚੀਜ਼ ਪਤਾ ਲੱਗੀ ਕਿ ਬੈਂਚ ਦੇ ਨਾਲ ਉਸਨੇ ਕੋਈ ਕੇਂਦਰ ਸ਼ਬਦ ਯੂਜ਼ ਨਹੀਂ ਕੀਤਾ। ਜਿਹੜੇ ਪਿਛਲੇ ਕੁਐਸਚਨ ਸਨ ਸਭ ਦੇ ਵਿੱਚੋਂ ਕੇਂਦਰ ਸ਼ਬਦ ਯੂਜ਼ ਕਰਦਾ ਆ ਰਿਹਾ ਸੀ। ਤਾਂ ਇਹਦਾ ਮਤਲਬ ਇਹ ਇੱਕ ਲਾਈਨ ਦੇ ਵਿੱਚ ਬੈਠੇ ਹੋਏ ਪਰਸਨ ਨੇ। ਜੇਕਰ ਲਾਈਨ ਦੇ ਵਿੱਚ ਪਰਸਨ ਨੇ ਤਾਂ ਆਪਾਂ ਡਰਾ ਕਰ ਲੈਂਦੇ ਹਾਂ ਰਾਜੀ। ਲੈਟਸ ਸੀ ਆਪਾਂ ਇੱਕ ਇਹ ਲਾਈਨ ਡਰਾ ਕਰ ਲਈ, एक मैं इसलिए नीचे लाइन जो है वो ड्रा कर लेंगे। मैंने ये लाइन ड्रा कर ली है। ओके हुण देखा जाए तो पढ़िया जाए कहना ए जो है वो बी दे नाल बैठा है। ए जो है जो बी दे नाल बैठा है। मैंने ये वाली लाइन थोड़ी ऊपर ड्रा करनी पेगी, शायद थोड़ी स्क्रीन पे ना आ रही होगी। लो जी अपने दो लाइन ड्रा कर ली कहना ए बी दे नाल बैठा है। 5 पर्सन ने पहला आप इन्हों 5 लाइन दे के अरेंज कर लेंगे। लो जी इसमें आप अरेंज कर लिया। ए बी दे नाल बैठा है तो बच्चे बहुत सारिया पॉसिबिलिटीज हो सकती हैं। जे ए इत्थे बैठा है तो बी इत्थे हो सकता है, जे ए इत्थे है तो बी इत्थे हो सकता है, जे बी इत्थे है तो ए इत्थे भी हो सकता है ना। तो इट मीनस मैं इत्थों क्वेश्चन ना स्टार्ट करा। सेम अगर मैं अगली लाइन में पढ़ा, एक बार मैं ये लाइन छड्ड रहा, अगली लाइन में देखा तो कहता डी सी दे नाल बैठा। बेटा इहदियां भी बहुत सारिया पॉसिबिलिटीज हो सकती हैं। डी सी दे नाल बैठा है, इत्थे डी होवे तो सी इत्थे है। जे मान लो सी इत्थे है तो डी इत्थे है, जे डी इत्थे है तो सी इत्थे है, ये भी चीज़ हो सकती है। अब पॉसिबिलिटीज बहुत हो गई। तो मैनू लगना इत्थों भी क्वेश्चन को स्टार्ट करने का कोई फायदा नहीं है, ना ही मेरा क्वेश्चन स्टार्ट हो पाएगा। अगली लाइन पढ़ते हैं। अगली लाइन की कहती है उसमें एक बार देखते हैं आप और वो बिहाफ पे इस क्वेश्चन को शुरू करते हैं करना जी। अगली लाइन के कहता है जोड़ा ई है ना वो बेंच दे खब्बे सिरे ते बैठा है। लो बच्चों ये बड़ी इंपॉर्टेंट इंफॉर्मेशन मिल गई। जोड़ा ई है बेंच दे खब्बे सिरे ते बैठा है। बेंच का खब्बा सिरा तुहानू याद होना चाहिए है। ये खब्बा सिरा है, किनारा जिसनों बोलिया सी ये सज्जा किनारा है। तो ई बेंच के खब्बे किनारे ते बैठा है, इत्थे बिठा दिता आपाने ई। सेम आप इधर भी ई नू बिठा देने हाँ इस साइड भी। दोनों सिटिंग दे विच दोनों बेंच दे विच आपां ई नू खब्बे किनारे ते बिठा दिता। अगली लाइन पढ़ते हैं कहना सी सज्जे तो दूजे नंबर पे है। ध्यान दो सी जो है ना सज्जे तो, सज्जा किनारा याद है तुहानू ये वाला सी, सज्जे तो दूजा नंबर। लो जी ये पहला नंबर सी सज्जे का, आ दूजा नंबर इत्थे सी आ गया। सेम इस साइड भी आप सी बिठा देने। लो जी ये पॉइंट हो गया अपना। हुण करते हैं आप अगला पॉइंट जो है फिफ्थ पॉइंट है। कहना ए और सी इकट्ठे बैठे ने। बच्चों उही गल आ गई, इकट्ठे बैठे ने मतलब किसी साइड भी हो सकते हैं। सी अपने को बैठा है, ए नू आपां इत्थे बिठा सकते हैं। पहला पॉइंट हो गया। इधर भी तो पॉसिबिलिटी बनती है, तो दूसरी अरेंजमेंट या दूसरी लाइन है वो आपां ए नू इत्थे बिठा देंगे हैं। लो जी ये पैरेलल अपना काम कंप्लीट हो गया। हुण जो ऊपर आपां दो पॉइंट छड्ड के आए थे, कहंदा ए जो है वो बी दे नाल बैठा है। वापस ध्यान दिओ ए बी दे नाल बैठा है। बच्चों इधर ए है, ए दे नाल तां सी बैठा है, इधर कोई जगह ही नहीं है, किसी को बैठा नहीं सकते। लो ये अरेंजमेंट ही रॉन्ग हो गई। कहता ए बी दे नाल बैठा है तो ए आ रहा इत्थे बी बिठावांगे आपां। पॉइंट क्लीयर होया। अगला देखिए तो कहता डी सी दे नाल बैठा है। लो जी सी दे नाल डी की जगह खाली है, वैसे भी एक ही प्लेस खाली सी आपां इसनों कर सकते हैं। तो जी अपना जो अरेंजमेंट है वो स्ट्रक्चर पूरा कंप्लीट हो गया। क्वेश्चन बन के तैयार है, बस सॉल्व करने में। हुण आपां अगले क्वेश्चन मैं इस तरह करदा, मैं इसमें थोड़ा नीचे ड्रा कर लेना। मैंने लगता है कि आपां नूं नीचे अगले क्वेश्चन सॉल्व करने में बेनीफिट होएगा। लो मैं इस जगह पे इसमें ड्रा कर लेना, इस जगह पे। और अपने कोल पर्सन ने 5 इत्थे आपां ने ई लिखिया सी, इत्थे आपां ने सी लिखिया, इत्थे आपां ने ए और इत्थे बी और ये डी।
ये अपना फाइनल जो फॉर्मेट सी वो ए वाला आ गया। ठीक है, चलो पहला क्वेश्चन, पहले क्वेश्चन ਨੂੰ देखते हैं और उस क्वेश्चन के बिहाफ पे ਆਪਾਂ इस चीज ਨੂੰ ਕਰਦੇ ਹਾਂ जी। ਜਿਵੇਂ ਹੀ ਪਹਿਲਾ क्वेश्चन आया देखिए ਇੱਥੇ करना पएगा, क्या ਤੁਹਾਡੀ ਸਕਰੀਨ ਤੇ ਕੱਟਦੀ ਹੋਏਗੀ ਇਹ ਗੱਲ बी ए सी डी। पहला क्वेश्चन देखते हैं, पहले क्वेश्चन के बच्चे थोड़ी टाइपिंग गलत हो गई थी, प्लीज इस क्वेश्चन की करैक्शन तुसी इत्थे लाइव ही कर लो। क्वेश्चन ए है ए की स्थिति की है, क्वेश्चन ए है, प्लीज ये लिख लेना, ए की स्थिति पूछ लो या पोजीशन कह सकते हैं राजे, ए की पोजीशन की है, पोजीशन की है, ए किस तरह बैठा है ये देखना है अपने, क्वेश्चन ए है अपना। चलो चेक करते हैं, ए अपने को आ रहा, मैं थोड़ा जा पेंसिल या कलर चेंज कर लेना, तो मतलब मैच ना करे वो सारी चीज। चलिए लो जी, कहना ए अपने को ए रहा इस जगह पे, और ए की गल करिए तो ए की पोजीशन की हो सकती है, ਜਾਂ ਤਾਂ ਇਹ बी तो सी ਦੇ ਵਿਚਕਾਰ है, सारे उसने विचकार पूछे ने ना, तो मैंने लगता है बी तो सी ਦੇ ਵਿਚਕਾਰ है। लो जी अपना पहला आंसर आ गया, बी ਤੇ सी ਦੇ ਵਿਚਕਾਰ बैठा। दूसरे ਨੂੰ देखिए, केंद्र ਵਿੱਚ कहता कौन बैठा है, केंद्र मीन सेंटर, सेंटर पे भी ए बैठा है, वंस अगेन ए ही अपना आंसर आ गया। चलो चेक करते हैं तीसरा क्वेश्चन, तीसरे क्वेश्चन में की किया गया है, कहता बी की स्थिति की है, जो बी है उसकी स्थिति की है, स्थिति मतलब बच्चों पोजीशन, स्थिति का मतलब पोजीशन होगा, बी की पोजीशन की है, जो देखा जाए तो बी आ बैठा अपने को, जे इसमें मैं खब्बे हाथ तो लावा तो दूजे नंबर से, जो मैं सज्जे हाथ से लावा तो बच्चों चौथे नंबर से, 1 2 3 और 4 बी चौथे नंबर से आता है। देखा जाए सज्जे तो दूजा नहीं, सज्जे तो चौथा नंबर, केंद्र विच तो ए बैठा है, अति खब्बा ई बैठा है, खब्बे तो दूजा, हाँ जी ये मेरा आंसर आ गया, बी की पोजीशन खब्बे तो दूजा है जी। अपना लास्ट क्वेश्चन इसे टाइप का, कहना कौन बी के सज्जे पासे बैठा है, कौन जो है वो बी के सज्जे पासे बैठा है, मैनू थोड़ा जा ऊपर करना पड़ेगा इस चीज ਨੂੰ, कौन जो है जो बी के सज्जे पासे बैठा है, ਆਪਾਂ ਨੂੰ ਇਹ ਪੁੱਛਿਆ ਗਿਆ बी के सज्जे पासे कौन हो सकता है, जे देखा जाए बी के सज्जे पासे ਤੁਹਾਨੂੰ ਕੀ नजर आ रहा है, बी का सज्जा पासा ਕਿਹੜਾ हो सकता है, सब तो पहला ये चीज देखो, ਤੁਹਾਡੀ तरह ही इसका खब्बा हथ, ਤੁਹਾਡੀ तरह ही इसका सज्जा हथ, तो बी के सज्जे हथ कौन बैठा है, ए। अगला जो चौथा क्वेश्चन है अपना, बी के सज्जे हथ कौन बैठा है, वो ए, अपना आंसर आ जाएगा जी ए। हाँ जी, अपना जो पहला क्वेश्चन है ये सॉल्व हो गया, मैं उम्मीद करना कि तुहानू समझ आया होगा। आओ आप दूसरे पे चलते हैं, दूसरा क्वेश्चन ਨੂੰ करते हैं। सब तो पहला तो दूसरे क्वेश्चन ਨੂੰ बड़े प्यार नाल पढ़ो और देखो की गल कर रहा है ਇਹਦੇ ਵਿੱਚ। देखा जाए तो इस ਨੂੰ ਜਦੋਂ ਹੀ ਆਪਾਂ ਕਰਾਂਗੇ ਤਾਂ ਆਪਣੇ ਕੋਲ 7 बुक्स ਦਿੱਤੀਆਂ ਗਈਆਂ ਨੇ, 7 ਪੁਸਤਕਾਂ ਨੇ, और ये खासियत दे दी राजे उसने, खासियत की है, कहता जिन्नियां भी बुक्स ने एक दूजे दे उपर टेबल से पईयां ने, एदा मतलब हुण मैनू वर्टिकल लाइन्स वाला जो ग्राफ है वो तैयार करना पड़ेगा, दिस वन ये वाला वर्टिकल लाइन वाला। 7 बुक्स ने, तो चलो आप इस तरह ड्रा कर लेंगे, 4 5 6 और 7, 4 5 6 और 7, लो जी अभी मैं 7 लाइन्स जो ने ड्रा कर दी एक रो दे विच। पहली स्टेटमेंट पढ़ते हैं, जो ये स्टेटमेंट है कि कहता है समाज शास्त्र सारिया किताबों से सीख रहा है। लो जी मैं इतों क्वेश्चन शुरू कर सकना, ये रहा अपना समाज शास्त्र सारिया किताबों तो शिखर पे है। आ लो जी आप इधर भी शिखर पे कर देते हैं। अगली लाइन पढ़ते हैं, कहता अकाउंटेंसी तुरंत सिक्ख्या तो हेठा है, ध्यान नाल पढ़ना इस चीज में, अकाउंटेंसी तुरंत सिक्ख्या तो हेठा है, ना तो अकाउंटेंसी अपना किते बिठाया है जी, ना ही सिक्ख्या नूं बिठाया है। अगे की कह दिता, जो जो समाज शास्त्र तो तुरंत बाद है। बच्चों इतने ध्यान देने वाली गल है, ये जो किदे लई गल कर रहे हैं, ये जो गल कर रहा है सिक्ख्या दी, सिक्ख्या वाली किताब दी। कहना अकाउंटेंसी तुरंत सिक्ख्या तो हेठा है, जो जो मीन सिक्ख्या जो है वो समाज शास्त्र तो तुरंत बाद आती है। जो समाज शास्त्र आप ऊपर बैठाई, ये रह गया अपने को सिक्ख्या, मैं सिक्ख्या नूं एजुकेशन लिख दिता बच्चे, ये लो जी आपने एजुकेशन बिठा दिता। जिमें ही आपने सिक्ख्या नूं बिठाया, सिक्ख्या दे तुरंत की हेठा है अकाउंटेंसी है, लो बच्चों ये नीचे आप अकाउंटेंसी बिठा देने। आ लो
जी नीचे अकाउंटेंसी बैठ गया। अगला पॉइंट पढ़ते हैं, कहना जिहड़ा अर्थशास्त्र है ना वो तुरंत मनोविग्यान तो उपर है, मनोविग्यान तो उपर है अर्थशास्त्र, पर विचकार नहीं हैगा। तो ਜਿਹੜੀ ਚੀਜ਼ ਵਿਚਕਾਰ ਨਹੀਂ ਹੈਗੀ ਆਪਾਂ ਇੱਥੇ ਕਹਿ ਦਿੰਦੇ ਆ ਕਿ ਇਹ ਅਰਥ ਸ਼ਾਸਤਰ ਇੱਥੇ ਤਾਂ ਆ ਨਹੀਂ ਸਕਦਾ, ਆਹ ਵਾਲੀ ਜਗ੍ਹਾ ਤੇ ਤੁਸੀਂ ਛੋਟਾ ਜਿਹਾ ਹਿੰਟ ਵੀ ਪਾ ਸਕਦੇ ਹੋ, ਅਰਥ ਸ਼ਾਸਤਰ ਐੜਾ ਵਗੈਰਾ ਪਾ ਕੇ ਰੱਖ ਸਕਦੇ ਹੋ ਕਿ ਇੱਥੇ ਅਰਥ ਸ਼ਾਸਤਰ ਨਹੀਂ ਆ ਸਕਦਾ। ਫਿਰ ਉਸਨੇ ਕਿਹਾ ਅਰਥ ਸ਼ਾਸਤਰ ਤੁਰੰਤ ਵਿਗਿਆਨ ਤੋਂ ਉੱਪਰ ਹੈ ਨਾ, ਜੇਕਰ ਮੈਂ ਅਰਥ ਸ਼ਾਸਤਰ ਨੂੰ ਇੱਥੇ ਬਿਠਾਵਾਂ, ਅਰਥ ਸ਼ਾਸਤਰ ਨੂੰ मतलब इतने तो सॉरी अकाउंटेंसी से ना आ वाला सर्कल आना चाहिए, हाँ बच्चे ये वाला सर्कल। जेकर मैं अर्थशास्त्र नूं इत्थे बिठावां इस जगह पे तो मनोविज्ञान इत्थे आ जाएगा ना, क्योंकि उसने आख्या कि मनोविज्ञान तो जो है वो ऊपर है, मनोविज्ञान तो ऊपर है अर्थशास्त्र है ना। सेम जेकर इत्थे पॉसिबिलिटी बनावा तो अर्थशास्त्र इत्थे भी तो हो सकता है आ वाली जगह पे। लो जी अपने अर्थशास्त्र नूं इत्थे कह दिता, और जो मनोविज्ञान है अपना उसनों आपां ने इत्थे बना दिता, बिठा दिता। फिर की कहता है जिहड़ी हिंदी है ना ये तुरंत मनोविज्ञान तो हेठां है, मनोविज्ञान तो हेठां बच्चे इहदे तो कुछ भी नहीं बचा हेठां, ये तो रॉन्ग हो गया अपना, आ पॉसिबिलिटी बचती है, इहदे थल्ले आपां हिंदी रख देने आ। लो जी मनोविज्ञान के नीचे हिंदी आ गई। बच्चों एक बुक रह गई, जो भी रह गई वो इत्थे फिल कर दो। मेरे हिसाब नाल अपने कोल जो बुक बची वो बची इंग्लिश की। लो जी आपां ने इत्थे इंग्लिश नूं बिठा दिता विचाले सी। लो जी ये अपना जो फॉर्मेट है वो कंप्लीट हो गया। एसएससी सब तो ऊपर, फिर एजुकेशन आ गया, फिर अकाउंटेंसी आ गया, फिर इंग्लिश, फिर अर्थशास्त्र, फिर मनोविज्ञान और फिर हिंदी आ गया जी। चलो जी मैं थोड़ा नीचे करदा, मैंने लगता है कि मैंने इसमें दोबारा लिखना पड़ेगा एक बार, क्योंकि तुहानू ये नज़र नहीं आनी स्क्रीन पर। आप एक बार इसमें इत्थे बना लेने आ वाली जगह जो अपने ऊपर डायग्राम बनाया है। अपने को टोटल 7 सन 3 4 5 6 और 7 है ना। सब तो ऊपर अपने एसएससी रखी, फिर उस तो बाद अपने आई थिंक एजुकेशन रखी, फिर अपने उस तो बाद अकाउंटेंसी रखी। अर्थशास्त्र वो कहता विचाले नहीं आएगी तो अपने बच्चों अर्थशास्त्र नूं इत्थे रखिया सी, मनोविज्ञान नूं अपने इत्थे रखिया सी बच्चों, और हिंदी सब तो नीचे रखी थी बच्चे अपने, और इत्थे इंग्लिश आई सी। लो जी फॉर्मेट याद हो गया अपन नूं। हुण करदे हां अगली चीज़ आपां बच्चों, पहला क्वेश्चन नूं सॉल्व करदे हां। कहंदा अर्थशास्त्र हेठां लिखियां विचों किस किताब दे विचकार है। बच्चों चेक करो ये रहा अर्थशास्त्र किहदे किहदे विचाले है, इंग्लिश ते मनोविज्ञान दे विचाले है। देखो इंग्लिश ते मनोविज्ञान ऑप्शन है, हाँ जी मेरा थर्ड ऑप्शन आंसर आ गया जी। अगला क्वेश्चन देखते हैं हम, ਕਿਹੜੀਆਂ ਤਿੰਨ ਕਿਤਾਬਾਂ ਅਕਾਊਂਟੈਂਸੀ ਅਤੇ ਹਿੰਦੀ ਦੇ ਵਿਚਕਾਰ ਹਨ। ਬੜੇ ਧਿਆਨ ਨਾਲ ਕੁਐਸਚਨ ਪੜ੍ਹਨਾ, ਕਿਹੜੀਆਂ ਤਿੰਨ ਕਿਤਾਬਾਂ ਅਕਾਊਂਟੈਂਸੀ ਤੇ ਹਿੰਦੀ। ਬੱਚੇ ਅਕਾਊਂਟੈਂਸੀ ਇਹ ਰਿਹਾ, हिंदी सब तो नीचे रहा। पढ़ो और आंसर लाओ, मनोविज्ञान अर्थशास्त्र ते इंग्लिश। देखो कितने है अर्थशास्त्र मनोविज्ञान ते इंग्लिश, इंग्लिश चाहिए अपन अर्थशास्त्र। हाँ जी पहला ऑप्शन अपना आंसर है। हेलो जी पॉइंट क्लियर होया सब नूं। आई थिंक ये दोनों क्वेश्चन समझ आए होंगे। चेक करते हैं अपन अगर तीसरा क्वेश्चन अपने को है तो। हाँ जी तीसरा क्वेश्चन भी है। अगर तीसरे क्वेश्चन नूं देखा जाए तो तीसरे क्वेश्चन नूं आपां कुछ इस तरह देख लेने हाँ। कहना जे समाज शास्त्र अंग्रेजी अकाउंटेंसी हिंदी ਅਤੇ ਸਿੱਖਿਆ ਅਤੇ ਮਨੋਵਿਗਿਆਨ ਆਪਣੇ ਅਹੁਦਿਆਂ ਨੂੰ ਆਪਸ ਵਿੱਚ ਬਦਲਦੇ ਹਨ ਤਾਂ ਮਨੋਵਿਗਿਆਨ ਅਤੇ ਸਮਾਜ ਸ਼ਾਸਤਰ ਦੇ ਵਿਚਕਾਰ ਕਿਹੜੀ ਕਿਤਾਬ ਹੈ। ਪਿਆਰੇ ਬੱਚੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਰੀਜ਼ਨਿੰਗ ਦਾ ਬੇਟਾ। ਕਈ ਵਾਰੀ ਕੀ ਹੁੰਦਾ ਹੈ ਕਿ ਐਗਜ਼ਾਮੀਨਰ ਤੁਹਾਡੇ ਤੋਂ ਖੁਦ ਕੁਝ ਡਿਮਾਂਡ ਕਰਦਾ ਹੈ ਕਿ ਤੁਸੀਂ ਆਪ ਸੋਲਵ ਕਰੋ। ਮੈਂ ਪੋਜੀਸ਼ਨ ਥੋੜੀ ਚੇਂਜ ਕਰਕੇ ਦੇਵਾਂਗਾ ਕੁਐਸਚਨ ਦੇ ਵਿੱਚ ਤੁਹਾਨੂੰ। ਐਗਜ਼ਾਮੀਨਰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਰਦਾ ਹੈ। ਚਲੋ ਆਪਾਂ ਦੇਖਦੇ ਹਾਂ ਜੀ। मैं इत्थे एसएस उस तो बाद मैं एजुकेशन नूं बिठाया सी, उस तो बाद बच्चों मैं अकाउंटेंसी, फिर इत्थे इंग्लिश, फिर आपां ने मनोविज्ञान नहीं सॉरी अर्थशास्त्र बिठाया सी इत्थे है ना, फिर बच्चों मनोविज्ञान बिठाया सी, और फिर आपां ने हिंदी नूं बिठाया सी। हुण आपां ने पोजीशन चेंज करनी है जिवें उसने कही है। कहंदा समाज शास्त्र अते अंग्रेजी, ये रहा समाज शास्त्र और ये रहा अंग्रेजी, इन्हों चेंज करना है। मैं पेंसिल चेंज कर लेना तो मैं समाज शास्त्र की जगह पे तो इंग्लिश लिख देना और इंग्लिश की जगह पे मैं समाज शास्त्र लिख देना। पॉइंट क्लीयर। फिर की कहता अकाउंटेंसी अते हिंदी। अकाउंटेंसी चेक करो कितने अपने को पई, ये हिंदी नाल है तो इतनी हिंदी लिख दी आप एक बार, और इतने आप अकाउंटेंसी लिख देंगे आ वाली जगह पे। पॉइंट क्लीयर हो रहा है जी। ओके फिर अगे की कहता है
ਸਿੱਖਿਆ ਅਤੇ ਮਨੋਵਿਗਿਆਨ ਰਾਜੇ, ਸਿੱਖਿਆ ਇਹ ਰਹੀ, ਮਨੋਵਿਗਿਆਨ ਇਹ ਰਹੀ। ਇੱਥੇ ਆਪਾਂ ਐਜੂਕੇਸ਼ਨ ਪਾ ਦਿੰਦੇ ਹਾਂ ਮਨੋਵਿਗਿਆਨ ਦੀ ਜਗ੍ਹਾ ਤੇ, ਆ ਲਓ ਜੀ। ਔਰ ਸਿੱਖਿਆ ਦੀ ਜਗ੍ਹਾ ਤੇ ਆਪਾਂ ਮਨੋਵਿਗਿਆਨ ਵਰਡ ਪਾ ਦਿੰਦੇ ਹਾਂ ਜੀ। ਹੁਣ ਕੀ ਪੁੱਛਿਆ ਹੈ, ਸਿੱਖਿਆ ਅਤੇ ਮਨੋਵਿਗਿਆਨ ਆਪਣੇ ਅਹੁਦਿਆਂ ਤੋਂ ਆਪਸ ਵਿੱਚ ਬਦਲਦੇ ਹਨ। ਕਹਿੰਦਾ ਤਾਂ ਮਨੋਵਿਗਿਆਨ ਅਤੇ ਸਮਾਜ ਸ਼ਾਸਤਰ ਦੇ ਵਿਚਕਾਰ ਕਿਹੜੀ ਕਿਤਾਬ ਹੈ। ਹੁਣ ਨਵੇਂ ਪੈਟਰਨ 'ਚ ਦੇਖੋ, ਮਨੋਵਿਗਿਆਨ ਅਤੇ ਸਮਾਜ ਸ਼ਾਸਤਰ ਦੇ ਵਿੱਚ ਕਿਹੜੀ ਕਿਤਾਬ ਹੈ। ਆਂਸਰ ਆ ਗਿਆ ਪਿਆਰੇ ਬੱਚੋ ਹਿੰਦੀ। ਲਓ ਜੀ, ਆਪਣਾ ਆਂਸਰ ਆ ਗਿਆ ਹਿੰਦੀ। ਹੋਪ ਸੋ ਤੁਹਾਨੂੰ ਇਹ ਕੁਐਸਚਨ ਸਮਝ ਆਇਆ ਹੋਵੇਗਾ। ਤੇ ਮੈਂ ਥੋੜੇ ਜਿਹੇ ਔਖੇ ਲੈਵਲ ਦੇ ਕੁਐਸਚਨ ਪਾਏ ਨੇ। ਮੇਰੇ ਬੱਚੋ, ਤੁਹਾਨੂੰ ਇੰਨਾ ਪਤਾ ਹੈ, ਅਗਰ ਕੋਈ ਬੱਚਾ ਜਿਮ ਦੇ ਵਿੱਚ ਜਾਂਦਾ ਹੈ, ਉਹ ਡੇਲੀ 100 ਕਿਲੋ ਵਜ਼ਨ ਚੱਕਦਾ ਹੈ, ਤਾਂ ਅਗਰ ਪੇਪਰ ਦੇ ਵਿੱਚ ਉਸ ਤੋਂ 50 ਕਿਲੋ ਜਾਂ 60 ਕਿਲੋ ਵਜ਼ਨ ਦੀ ਗੱਲ ਕੀਤੀ ਜਾਵੇ ਤਾਂ ਉਹ ਬੜੀ ਆਸਾਨੀ ਨਾਲ ਚੱਕ ਸਕਦਾ ਹੈ। ਤਾਂ ਇਸੇ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੁਐਸਚਨ ਦਾ ਲੈਵਲ ਥੋੜਾ ਟਫ ਕਰੋ। ਜੇਕਰ ਤੁਸੀਂ ਟਫ ਕੁਐਸਚਨ ਦਾ ਲੈਵਲ ਕਰੋਗੇ, ਆਸਾਨੀ ਨਾਲ ਤੁਸੀਂ ਜਿਹੜੇ ਈਜ਼ੀ ਲੈਵਲ ਦੇ ਕੁਐਸਚਨ ਨੇ ਉਹ ਸੋਲਵ ਕਰ ਲਓਗੇ ਬੇਟਾ ਜੀ। ਪੁਆਇੰਟ ਕਲੀਅਰ ਹੋਇਆ। ਕੋਈ ਪਰਸਨ 1600 ਕਿਲੋਮੀਟਰ ਡੇਲੀ ਦੌੜਦਾ ਹੈ ਜਾਂ 1600 ਮੀਟਰ ਡੇਲੀ ਦੌੜਦਾ ਹੈ, ਉਹਦੇ ਲਈ 100 ਮੀਟਰ ਦੌੜਨਾ ਕੋਈ ਵੱਡੀ ਗੱਲ ਨਹੀਂ, ਉਹਦੇ ਲਈ ਬੜੀ ਆਸਾਨੀ ਨਾਲ ਉਸ ਚੀਜ਼ ਨੂੰ ਕਵਰ ਕਰ ਸਕਦਾ ਹੈ। ਤਾਂ ਕੁਐਸਚਨ ਦਾ ਹਰ ਟਾਈਪ ਇਹਦਾ ਆਪਾਂ ਨੇ ਇਹਦੇ ਵਿੱਚ ਕੀਤਾ ਬੱਚੋ। ਹੁਣ ਮੂਵ ਕਰਦੇ ਹਾਂ ਆਪਾਂ ਥਰਡ ਪਾਰਟ ਦੇ ਵੱਲ ਬੇਟਾ। ਥਰਡ ਪਾਰਟ ਦਾ ਜੋ ਆਪਣਾ ਕੁਐਸਚਨ ਹੈ ਉਸ ਨੂੰ ਦੇਖਦੇ ਹਾਂ, ਔਰ ਉਹਦੇ ਵਿੱਚ ਕੀ ਮੇਨ ਗੱਲ ਹੈ ਉਸ ਨੂੰ ਵੀ ਆਪਾਂ ਦੇਖ ਲੈਂਦੇ ਹਾਂ ਕੀ ਗੱਲ ਕੀਤੀ ਗਈ ਹੈ। ਚਲੋ ਜੀ, ਕਹਿੰਦਾ ਜੀ ਹੇਠਾਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਜਵਾਬ ਦਿਓ। 7 ਪੁਸਤਕਾਂ ਨੇ, ਅਗਰ ਮੈਂ ਦੇਖਾਂ ਤਾਂ ਇੱਕ ਤੋਂ ਉੱਪਰ ਰੱਖੀਆਂ ਗਈਆਂ ਨੇ। ਆਓ ਬੱਚੋ, ਫਿਰ ਉਹੀ ਪੈਟਰਨ ਤੇ ਆਪਾਂ ਨੂੰ ਕੰਮ ਕਰਨਾ ਪਏਗਾ ਜੋ ਹੁਣੇ ਕਰ ਚੁੱਕੇ ਹਾਂ। ਇੱਕ ਤੋਂ ਉੱਪਰ ਆਪਾਂ ਨੇ ਰੱਖੀਆਂ ਨੇ 7 ਕਿਤਾਬਾਂ ਨੇ। ਆਪਣੇ ਕੋਲ ਕੁਛ ਇਸ ਤਰ੍ਹਾਂ ਦਾ ਵੇ ਨਿਕਲ ਕੇ ਆਇਆ ਸੀ। 7 ਨੇ, 1 2 3 ਹੋ ਗਈਆਂ, 4 5 6 और 7 ਬੱਚੋ। ਇੱਧਰ ਵੀ ਆਪਾਂ 4 5 6 और 7। ਲਓ ਜੀ, ਆਪਾਂ ਨੇ 7 ਲਾਈਨਸ ਦੋ ਪੈਰਲਲ ਚਲਾ ਦਿੱਤੀਆਂ ਬੱਚੇ। ਕੋਈ ਵੀ ਕੁਐਸਚਨ ਹੈ ਨਾ ਬੇਟਾ ਸਿਟਿੰਗ ਅਰੇਂਜਮੈਂਟ ਦਾ, ਅਗਰ ਤੁਸੀਂ ਡਬਲ ਸਰਕਲ ਜਾਂ ਡਬਲ ਲਾਈਨ ਲੈ ਕੇ ਚੱਲੋਗੇ ਤੁਹਾਨੂੰ ਕਦੀ ਦਿੱਕਤ ਨਹੀਂ ਆਏਗੀ ਬੱਚੋ। ਇਹ ਗਰੰਟਡ ਹੈ ਬੇਟਾ। ਚਲੋ ਹੁਣ ਕੁਐਸਚਨ ਨੂੰ ਪੜ੍ਹਦੇ ਹਾਂ। ਕਹਿੰਦਾ ਇਤਿਹਾਸ ਦੀ ਕਿਤਾਬ ਸਿਵਿਕਸ ਕਿਤਾਬ ਦੇ ਬਿਲਕੁਲ ਉੱਪਰ ਰੱਖੀ ਗਈ ਹੈ। ਵਾਪਸ ਪੜ੍ਹੋ ਬੜੇ ਧਿਆਨ ਦੇ ਨਾਲ ਇਹ ਚੀਜ਼। ਇਤਿਹਾਸ ਦੀ ਕਿਤਾਬ ਬੱਚੇ, ਨਾ ਤਾਂ ਮੇਰੇ ਕੋਲ ਇਤਿਹਾਸ ਹੈ ਨਾ ਹੀ ਸਿਵਿਕਸ ਹੈ। ਦੋਨਾਂ ਦੀ ਸਿਟਿੰਗ ਕਿਤੇ ਵੀ ਆ ਸਕਦੀ ਹੈ, ਬਹੁਤ ਜ਼ਿਆਦਾ ਪੋਸਿਬਿਲਿਟੀਜ਼ ਹੋ ਸਕਦੀਆਂ ਨੇ। ਹਜੇ ਮੈਂ ਇਸ ਕੁਐਸਚਨ ਨੂੰ ਸਟਾਰਟ ਨਹੀਂ ਕਰਦਾ ਇਸ ਲਾਈਨ ਨੂੰ। ਅਗਲੇ ਨੂੰ ਦੇਖਦੇ ਹਾਂ। ਭੂਗੋਲ ਪੁਸਤਕ ਹੇਠਾਂ ਤੋਂ ਚੌਥੇ। ਵੈਰੀ ਗੁੱਡ, ਇੱਥੋਂ ਕਰ ਸਕਦਾ। ਹੇਠਾਂ ਤੋਂ ਚੌਥੇ 1 2 3 4। ਲਓ ਜੀ, ਆਪਾਂ ਇਸ ਪੁਆਇੰਟ ਤੇ ਜਾ ਕੇ ਭੂਗੋਲ ਨੂੰ ਰੱਖ ਦਿੰਦੇ ਹਾਂ। ਲਓ, ਇਹ ਆ ਗਿਆ ਆਪਣੇ ਕੋਲ ਭੂਗੋਲ ਦੀ। ਔਰ ਫਿਰ ਕੀ ਕਹਿੰਦਾ, ਅੰਗਰੇਜ਼ੀ ਦੀ ਕਿਤਾਬ ਜੋ ਹੈ ਨਾ ਉਹ ਚੋਟੀ ਤੋਂ ਪੰਜਵੇਂ ਤੇ। ਵੈਰੀ ਗੁੱਡ, ਇਹ ਵੀ ਕਰ ਸਕਦੇ ਹਾਂ ਆਪਾਂ ਬੜੇ ਆਸਾਨੀ ਨਾਲ। ਉੱਪਰ ਤੋਂ ਚੋਟੀ ਤੋਂ 1 2 3 4। ਇੱਥੇ ਕੀ ਆ ਗਿਆ ਜੀ, ਅੰਗਰੇਜ਼ੀ ਆ ਗਿਆ। ਇੱਥੇ ਆਪਣੇ ਕੋਲ ਇੰਗਲਿਸ਼ ਆ ਗਿਆ। ਠੀਕ ਹੈ ਜੀ, ਕਲੀਅਰ ਹੋਈ ਗੱਲ। ਠੀਕ ਹੈ, ਮੈਂ ਸੇਮ ਇਸੇ ਤਰ੍ਹਾਂ ਇਹਦੀ ਵੀ ਪੋਜੀਸ਼ਨ ਫਿਕਸ ਕਰ ਦੇਣਾ। ਚੌਥੇ ਨੰਬਰ ਤੇ ਆਪਣੇ ਕੋਲ ਭੂਗੋਲ ਆਇਆ ਔਰ ਇੱਥੇ ਆਪਣੇ ਕੋਲ ਇੰਗਲਿਸ਼ ਆਇਆ। ਦੋਨੋਂ ਚੀਜ਼ਾਂ ਕਲੀਅਰ ਹੋਈਆਂ ਹੋਣਗੀਆਂ ਉਮੀਦ ਕਰਦਾ ਤੁਹਾਨੂੰ। ਅਗਲੀ ਲਾਈਨ ਪੜ੍ਹਦੇ ਹਾਂ ਆਪਾਂ। ਸਿਵਿਕਸ ਅਤੇ ਇਕਨੋਮਿਕਸ ਦੀਆਂ ਕਿਤਾਬਾਂ ਵਿਚਕਾਰ ਦੋ ਕਿਤਾਬਾਂ ਹਨ। ਸਿਵਿਕਸ ਤੇ ਇਕਨੋਮਿਕਸ ਦੀਆਂ ਕਿਤਾਬਾਂ ਵਿਚਕਾਰ ਦੋ ਕਿਤਾਬਾਂ। ਚਲੋ ਪੋਸਿਬਿਲਿਟੀ ਚੈੱਕ ਕਰਦੇ ਹਾਂ। ਜੇਕਰ ਮੈਂ ਖਾਲੀ ਜਗ੍ਹਾ ਦੀ ਗੱਲ ਕਰਾਂ, ਮੰਨ ਲਓ ਮੈਂ ਸਿਵਿਕਸ ਨੂੰ ਇੱਥੇ ਬਿਠਾ ਦੇਣਾ ਆਹ ਵਾਲੀ ਜਗ੍ਹਾ ਤੇ। ਸਿਵਿਕਸ ਤੇ ਇਕਨੋਮਿਕਸ ਦੇ ਵਿੱਚ ਦੋ ਕਿਤਾਬਾਂ ਨੇ, 1 ਤੇ 2। ਇੱਥੇ ਤਾਂ ਫਿਰ ਭੂਗੋਲ ਬੈਠੀ ਹੈ ਨਾ ਜੀ, ਸਿਵਿਕ ਦੀ ਆ ਪੋਜੀਸ਼ਨ ਤਾਂ ਹੈ ਨਹੀਂ। ਜੇ ਮੈਂ ਇੱਥੇ ਸਿਵਿਕਸ ਨੂੰ ਬਿਠਾਣਾ ਹਾਂ, ਦੋ ਕਿਤਾਬਾਂ ਵਿੱਚ ਨੇ, ਇੱਥੇ ਇਕਨੋਮਿਕਸ ਆ ਸਕਦਾ। ਲਓ ਜੀ, ਪਹਿਲਾ ਪੈਟਰਨ ਤਾਂ ਮੈਂ ਚਲੋ ਬਣਾ ਸਕਦਾ। ਸਿਵਿਕਸ ਇੱਥੇ ਆ ਗਿਆ ਆਪਣੇ ਕੋਲ ਔਰ ਇਕਨੋਮੀ ਇੱਥੇ ਆ ਗਿਆ ਜੀ। ਲਓ ਜੀ, ਇਕਨੋਮਿਕਸ ਨੂੰ ਆਪਾਂ ਇੱਥੇ ਕਰ ਦਿੱਤਾ। ਅੱਛਾ, ਉੱਪਰ ਕਿਤੇ ਜੇ ਮੈਂ ਸਿਵਿਕਸ ਇੱਥੇ ਬਿਠਾਉਂਦਾ ਤਾਂ ਦੋ ਕਿਤਾਬਾਂ 1 2 3 ਨਾ, ਇੱਥੇ ਤਾਂ ਇੰਗਲਿਸ਼ ਬੈਠੀ ਹੈ, ਇੱਥੇ ਭੂਗੋਲ ਬੈਠੀ ਹੈ। ਮੈਨੂੰ ਲੱਗਦਾ ਹੋਰ ਪੈਟਰਨ ਨਹੀਂ ਬਣਦਾ। ਹਾਂ, ਇੱਧਰ ਆਪਾਂ ਥੋੜਾ ਚੇਂਜ ਕਰ ਸਕਦੇ ਹਾਂ। ਜ਼ਰੂਰੀ ਥੋੜਾ ਸਿਵਿਕ ਅੰਗਰੇਜ਼ੀ ਦੇ ਨੀਚੇ ਹੋਵੇ। ਸਿਵਿਕ ਉੱਪਰ ਵੀ ਤਾਂ ਆ ਸਕਦੀ ਹੈ, ਤਾਂ ਸਿਵਿਕ ਨੂੰ ਆਪਾਂ ਇੱਥੇ ਉੱਪਰ ਰੱਖ ਲਿਆ ਔਰ ਇੰਗਲਿਸ਼ ਆਪਾਂ ਨੀਚੇ, ਸੌਰੀ ਇਕਨੋਮਿਕਸ ਆਪਾਂ ਨੇ ਨੀਚੇ ਰੱਖ ਲਈ ਜੀ। ਆਹ ਇਕਨੋਮਿਕਸ ਹੋਗੀ, ਇਹ ਬੱਚੋ ਇੰਗਲਿਸ਼ ਹੋ ਗਈ ਆਪਣੇ ਕੋਲ। ਪੁਆਇੰਟ ਕਲੀਅਰ ਹੋ ਰਿਹਾ ਹੈ। ਚਲੋ ਦੇਖਦੇ ਹਾਂ ਇਸੇ ਚੀਜ਼ ਨੂੰ ਅੱਗੇ ਕੀ ਦੱਸਦਾ ਹੈ ਆਪਣੇ ਕੋਲ। ਹਾਂ, ਆਈ ਥਿੰਕ ਥੋੜੀ ਸਲਾਈਡ ਵੀ ਕੱਟ ਰਹੀ ਹੋਵੇਗੀ ਮੇਰੇ ਹਿਸਾਬ ਨਾਲ। ਇੱਕ ਮਿੰਟ ਲਈ ਆਪਾਂ ਆਹ ਵਾਲੀ ਚੀਜ਼ ਨੂੰ ਇੱਥੇ ਕਰ ਲੈਂਦੇ ਹਾਂ। ਲੈਟਸ ਸੀ, ਇੱਥੇ ਡਰਾ ਕਰ ਲੈਂਦੇ ਹਾਂ, ਇਸਦੇ ਨਾਲ ਵੀ ਚੀਜ਼ ਸਮਝ ਆ ਜਾਏਗੀ। ਤੇ ਔਰ ਸਭ ਤਾਂ ਬੱਚੋ ਮੈਂ ਕੀ ਕੀਤਾ, ਪਹਿਲੇ ਪੁਆਇੰਟ ਵਿੱਚ ਮੈਂ ਕੁਝ ਇਸ ਤਰ੍ਹਾਂ ਪੁਆਇੰਟ ਦਿਖਾਇਆ ਜੋ ਸੀ ਭੂਗੋਲ ਆਪਾਂ ਨੇ ਉੱਪਰ ਤੋਂ ਨੀਚੇ ਰੱਖੀ।
सॉरी सॉरी सॉरी, ये ना इतने बच्चों थोड़ा ਤੁਹਾਨੂੰ नजर ना आवे क्योंकि टाइपिंग थोड़ी गलत कर दी गई थी जिसे करके क्वेश्चन ठीक है। चलो इतने चेक कर लेने बेटे आ वाली जगह ਤੇ ਤੁਸੀਂ ਆਰਾਮ ਨਾਲ ਦੇਖ ਪਾਓਗੇ ਆ ਵਾਲੀ ਜਗ੍ਹਾ ਤੇ ਤੁਹਾਡੇ ਕੰਫਰਟ ਲਈ ਅਸੀਂ ਹਰ ਚੀਜ਼ ਕਰ ਰਹੇ ਹਾਂ ਬੱਚੋ 3 3 6 और ਇੱਥੇ 7। ਚਲੋ ਜੀ ਮੈਂ ਕਿਹਾ ਉੱਪਰ ਤੋਂ ਜੇਕਰ ਨੰਬਰ ਚੌਥੇ ਤੇ ਭੰਗੋਲ ਬੈਠੀ ਇੱਥੇ ਲਓ ਜੀ ਇੱਥੇ ਭੰਗੋਲ ਬਿਠਾ ਦਿੱਤੀ ਗਈ ਇੱਥੇ ਆਪਾਂ ਨੇ ਜੋ ਨੀਚੇ ਤੋਂ ਸੀ ਉੱਥੇ ਆਪਾਂ ਨੇ ਇੰਗਲਿਸ਼ ਬਿਠਾ ਦਿੱਤੀ ਸੀ ਅੰਗਰੇਜ਼ੀ ਨੂੰ ਬਿਠਾ ਦਿੱਤਾ ਸੀ और सिविक्स ਨੂੰ ਆਪਾਂ ਨੇ ਚੇਂਜ ਕੀਤਾ ਸੀ ਇਕਨੋਮਿਕਸ ਨਾਲ ਅਗਰ ਮੈਂ ਇਕਨੋਮਿਕ ਸਿਵਿਕਸ ਇੱਥੇ ਰੱਖਾਂ ਉੱਪਰ ਇੱਥੇ ਇਕਨੋਮਿਕਸ ਆ ਜਾਏਗਾ ਆ ਲਓ ਇੱਥੇ ਇਕਨੋਮਿਕਸ ਆ ਜਾਏਗਾ ਚਲੋ ਹੁਣ ਕੀ ਕਹਿੰਦਾ ਇੱਕ ਉੱਪਰ ਆਪਾਂ ਲਾਈਨ ਛੱਡਾਈ ਸੀ ਬੱਚੋ ਇਹ ਵਾਲੀ ਇਤਿਹਾਸ ਦੀ ਕਿਤਾਬ ਸਿਵਿਕਸ ਕਿਤਾਬ ਦੇ ਬਿਲਕੁਲ ਉੱਪਰ ਰੱਖੀ ਗਈ ਹੈ ਇਤਿਹਾਸ ਦੀ ਕਿਤਾਬ ਸਿਵਿਕਸ ਦੇ ਉੱਪਰ ਰੱਖੀ ਗਈ ਹੈ ਨਾ ਇਤਿਹਾਸ ਦੀ ਕਿਤਾਬ ਸਿਵਿਕਸ ਕਿਤਾਬ ਦੇ ਬਿਲਕੁਲ ਉੱਪਰ ਰੱਖੀ ਗਈ ਹੈ ਲਓ ਬੱਚੋ ਆ ਤਾਂ ਰੋਂਗ ਹੋ ਗਿਆ ਫਿਰ ਸਿਵਿਕਸ ਇਹ ਰੱਖਿਆ ਸੀ ਇਹਦੇ ਉੱਪਰ ਤਾਂ ਅੰਗਰੇਜ਼ੀ ਪਈ ਹੈ ਇਹ ਤਾਂ ਪੈਟਰਨ ਹੀ ਨਹੀਂ ਬਣੇਗਾ ਸਿਵਿਕਸ ਦੇ ਉੱਪਰ ਕੀ ਰੱਖਿਆ ਗਿਆ हिस्ट्री आ लो ये अपना हो गया जी इधर वाला कम दो फिर भी बुक्स रह गई क्वेश्चन की पूछा क्वेश्चन के हिसाब ਨਾਲ चलते हैं क्वेश्चन की कहता है ਆਪਾਂ ਨੂੰ ਕਹਿੰਦਾ ਸਿਵਿਕਸ ਅਤੇ ਸਾਇੰਸ ਦੀਆਂ ਕਿਤਾਬਾਂ ਵਿਚਕਾਰ ਕਿੰਨੀਆਂ ਕਿਤਾਬਾਂ ਹਨ ਇਹ ਪੁੱਛੀ ਗਈ ਗੱਲ ਸਿਵਿਕਸ ਅਤੇ ਸਾਇੰਸ ਦੀਆਂ ਕਿਤਾਬਾਂ ਵਿਚਕਾਰ ਕਿੰਨੀਆਂ ਕਿਤਾਬਾਂ ਹਨ ਇਸ ਪ੍ਰਸ਼ਨ ਦਾ ਉੱਤਰ ਦੇਣ ਲਈ ਕਿਹੜੀ ਹੋਰ ਅੰਤਰਿਕਤ ਜਾਣਕਾਰੀ ਦੀ ਲੋੜ ਹੈ ਜੋ ਹੇਠਾਂ ਦਿੱਤੀ ਗਈ ਹੈ ਚਲੋ ਬੱਚੋ ਆਪਾਂ ਦੇਖਦੇ ਹਾਂ ਇਸ ਚੀਜ਼ ਨੂੰ ਜੇਕਰ ਦੇਖਿਆ ਜਾਏ ਤਾਂ ਆਪਣੇ ਕੋਲ ਇਹ ਕੁਐਸਚਨ ਹੈ मैं 1 मिनट से ਤੁਹਾਨੂੰ ड्रा करके दे देना ये क्वेश्चन ਆਪਾਂ ਨੂੰ जो उसने बोलिया कि 3 4 5 6 और 7 अपने कोल जेकर देखा जाए तो कुछ इस तरह पैटर्न बनया सी इकनॉमिक्स हिस्ट्री सिविक भूगोल है ना इस तरह आ गया अपने को इतने हिस्ट्री आ गया सी बच्चों आ वाली जगह पे अपने को ये वाली हिस्ट्री सी अपने को फिर अपने को सिविक्स आया इस जगह पे फिर बच्चे भूगोल आया फिर इंग्लिश आया बच्चे और फिर अपने को इकनॉमिक्स आया ना ये चीज़ आई थी आही चीज़ सी अपने को हाँ जी वेरी मैं सिविक ਅਤੇ ਸਾਇੰਸ ਦੀਆਂ ਕਿਤਾਬਾਂ ਵਿਚਕਾਰ ਕਿੰਨੀਆਂ ਕਿਤਾਬਾਂ ਹਨ ਆਪਾਂ ਇਹ ਦੇਖਣਾ ਹੈ ਸਿਵਿਕ ਅਤੇ ਸਾਇੰਸ ਦੇ ਵਿਚਕਾਰ ਕਿੰਨੀਆਂ ਕਿਤਾਬਾਂ ਹਨ ਇਹ ਦੇਖਣਾ ਇਸ ਨੂੰ ਪੂਰਾ ਕਰਨ ਦੇ ਲਈ ਕਿਹੜਾ ਕੁਐਸਚਨ ਆਪਣੇ ਹੈ ਜੋ ਐਜ਼ ਅ ਆਨਸਰ ਦਾ ਰੂਪ ਹੋ ਸਕਦਾ ਹੈ ਚਲੋ ਕਹਿੰਦਾ ਭੂਗੋਲ ਤੇ ਵਿਗਿਆਨ ਦੀਆਂ ਕਿਤਾਬਾਂ ਵਿਚਕਾਰ ਦੋ ਕਿਤਾਬਾਂ ਹਨ ਆ ਬੱਚੋ ਭੂਗੋਲ ਪਈ साइंस मेरे को है नहीं था जेकर मैं साइंस ऊपर बिठाना मान लो मैं साइंस ਨੂੰ ਇੱਥੇ ਬਿਠਾ ਦਿੱਤਾ हाँ दो ਪਈਆਂ ਨੇ ਕਿਤਾਬਾਂ ਪਰ ਇੱਕ ਗੱਲ ਯਾਦ ਰੱਖੋ ਸਾਇੰਸ ਨੀਚੇ ਵੀ ਤਾਂ ਆ ਸਕਦੀ ਸੀ ਲਓ ਜੀ ਇਸ ਤੋਂ ਵੀ ਨਹੀਂ ਮੈਨੂੰ ਕੋਈ ਚੀਜ਼ ਪਤਾ ਚੱਲ ਰਹੀ ਤਾਂ ਇਹ ਆਪਸ਼ਨ ਤਾਂ ਐਲੀਮੀਨੇਟ ਕਰ ਦਿੱਤੀ ਬੜਾ ਟ੍ਰਿਕੀ ਕੁਐਸਚਨ ਹੈ ਬੜੇ ਧਿਆਨ ਨਾਲ ਕਰਨਾ ਬੱਚੋ ਫਿਰ ਕਹਿੰਦਾ ਕਿ ਗਣਿਤ ਅਤੇ ਭੂਗੋਲ ਦੀਆਂ ਕਿਤਾਬਾਂ ਵਿਚਕਾਰ ਦੋ ਕਿਤਾਬਾਂ ਨੇ ਮੰਨ ਲਓ ਭੂਗੋਲ ਤਾਂ ਆਪਣੀ ਜਗ੍ਹਾ ਤੇ ਬੈਠਾ ਹੀ ਬੈਠਾ ਹੈ ਹੁਣ ਸਾਇੰਸ ਦੀ ਜਗ੍ਹਾ ਤੇ ਅਗਰ ਮੈਂ ਗਣਿਤ ਰੱਖਦਾ ਮੰਨ ਲਓ ਗਣਿਤ ਇੱਥੇ ਰੱਖਿਆ ਤਾਂ ਦੋ ਕਿਤਾਬਾਂ ਆ ਗਈਆਂ ਵਿੱਚ ਜੇ ਮੈਂ ਗਣਿਤ ਉੱਪਰ ਰੱਖਾਂ ਤਾਂ ਵੀ ਤਾਂ ਸਾਇੰਸ ਦੀ ਜਗ੍ਹਾ ਤੇ ਇੱਥੇ ਰੱਖਾਂ ਤਾਂ ਵੀ ਤਾਂ ਦੋ ਕਿਤਾਬਾਂ ਆ ਸਕਦੀਆਂ ਨੇ ਆ ਵੀ ਇਨਫੋਰਮੇਸ਼ਨ ਮੇਰਾ ਆਨਸਰ ਨਹੀਂ ਦੇ ਰਹੀ ਹੈ ਦੇਖੋ ਪੁਆਇੰਟ ਕਲੀਅਰ ਹੋ ਰਿਹਾ ਵੀ ਕਹਿੰਦਾ ਅੰਗਰੇਜ਼ੀ ਅਤੇ ਵਿਗਿਆਨ ਦੀਆਂ ਕਿਤਾਬਾਂ ਵਿਚਕਾਰ ਇੱਕ ਕਿਤਾਬ ਹੈ ਅੰਗਰੇਜ਼ੀ ਚੈੱਕ ਕਰੋ ਆ ਰਹੀ ਇੰਗਲਿਸ਼ ਦੀ ਕਿਤਾਬ ਅੰਗਰੇਜ਼ੀ ਤੇ ਵਿਗਿਆਨ ਸਾਇੰਸ ਨੀਚੇ ਬਿਠਾਈਏ ਪੱਕਾ ਫਿਕਸ ਹੋ ਗਿਆ ਆ ਜਿਵੇਂ ਹੀ ਸਾਇੰਸ ਦੀ ਪੋਜੀਸ਼ਨ ਫਿਕਸ ਹੋ ਗਈ ਆਪਣਾ ਆਨਸਰ ਆ ਜਾਏਗਾ ਲਓ ਜੀ ਆਪਾਂ ਨੂੰ ਕੀ ਪੁੱਛਿਆ ਸੀ ਸਿਵਿਕਸ ਤੇ ਸਾਇੰਸ ਦੀਆਂ ਕਿਤਾਬਾਂ ਵਿਚਕਾਰ ਸਿਵਿਕਸ ਆਪਣੇ ਕੋਲ ਇਹ ਰਹੀ ਸਾਇੰਸ ਆਪਣੇ ਕੋਲ ਇਹ ਰਹੀ ਕਿੰਨੀਆਂ ਕਿਤਾਬਾਂ ਬੈਠੀਆਂ ਨੇ ਆ ਲਓ ਜੀ ਇੱਥੋਂ ਮੈਂ ਆਨਸਰ ਦੇ ਸਕਦਾ ਸੋ ਦੈਟਸ ਵਾਈ ਮੇਰਾ ਜੋ ਆਨਸਰ ਹੈ ਉਹ ਥਰਡ ਹੈ ਉਸਨੇ ਪੁੱਛਿਆ ਸੀ ਕਿਹੜੀ ਜਾਣਕਾਰੀ ਲੋੜੀਂਦੀ ਹੈ ਤਾਂ ਇਸ ਤਰੀਕੇ ਨਾਲ ਆਪਣਾ ਇਹ ਆਨਸਰ ਆ ਗਿਆ ਮੈਂ ਉਮੀਦ ਕਰਦਾ ਤੁਹਾਨੂੰ ਸਮਝ ਆਇਆ ਹੋਵੇਗਾ ਫਿਰ ਵੀ ਅਗਰ ਦਿੱਕਤ ਆ ਰਹੀ ਹੈ ਇਸ ਕੁਐਸਚਨ ਨੂੰ ਸਮਝਣ ਦੇ ਵਿੱਚ ਇੱਕ ਵਾਰੀ ਵੀਡੀਓ ਨੂੰ ਤੁਸੀਂ ਪੌਜ਼ ਕਰਿਓ ਆਰਾਮ ਨਾਲ ਦੇਖਿਓ ਤੁਹਾਨੂੰ ਇਹ ਚੀਜ਼ ਕਲੀਅਰ ਹੋ ਜਾਏਗੀ ਜੀ ਲੈਟਸ ਸੀ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਅਗਲੇ ਪੁਆਇੰਟ ਤੇ ਮੈਂ ਉਮੀਦ ਕਰਦਾ ਹਾਂ ਇਹ ਚੀਜ਼ ਤੁਹਾਨੂੰ ਕਲੀਅਰ ਹੋਈ ਹੋਵੇਗੀ ਜੋ ਮੈਂ ਤੁਹਾਨੂੰ ਉੱਥੇ ਦਿਖਾਇਆ ਭੂਗੋਲ ਵਿਗਿਆਨ ਗਣਿਤ ਹੈ ਨਾ ਤਾਂ ਥਰਡ ਨੰਬਰ ਜੋ ਮੇਰਾ ਸੀ ਕੁਐਸਚਨ ਉਹ ਆਨਸਰ ਆਇਆ ਸੀ ਨੀਚੇ ਆਪਾਂ ਨੇ ਸਾਇੰਸ ਨੂੰ ਲਿਖਿਆ ਹੈ ਜੀ ਓਕੇ ਬੇਟਾ ਹੁਣ ਅਗਲਾ ਕੁਐਸਚਨ ਦੇਖਦੇ ਹਾਂ ਅਗਲਾ ਕੁਐਸਚਨ ਕੀ ਕਹਿੰਦਾ ਹੈ ਲਓ ਜੀ अपने को अगला क्वेश्चन सेम वही है सिविक्स इकोनॉमिक्स ਦੀਆਂ ਕਿਤਾਬਾਂ ਵਿਚਕਾਰ ਦੋ ਕਿਤਾਬਾਂ ਨੇ ਇਹ ਆਪਾਂ ਨੇ ਹੁਣੇ ਕੁਐਸਚਨ ਕੀਤਾ ਬੱਚਿਓ ਤੁਸੀਂ ਇਸ ਨੂੰ ਆਰਾਮ ਨਾਲ ਦੇਖ ਲਿਓ ਦੇਖਿਆ ਜਾਏ ਤਾਂ ਅਗਲਾ ਕੁਐਸਚਨ ਇਹ ਰਿਹਾ ਆਪਣੇ ਕੋਲ ਦੂਸਰਾ ਨੰਬਰ ਵਾਲਾ ਕੁਐਸਚਨ ਮੈਨੂੰ ਇੱਕ ਵਾਰੀ ਥੋੜੀ ਮਿਹਨਤ ਤੁਹਾਡੇ ਲਈ ਫਿਰ ਕਰਨੀ ਪਏਗੀ ਇੱਥੇ ਇੱਕ ਵਾਰੀ ਮੈਨੂੰ ਡਰਾ ਕਰ ਲੈਣਾ ਚਾਹੀਦਾ ਹੈ ਜੋ ਆਪਾਂ ਨੇ ਬਣਾਇਆ ਸੀ ਪਿਛਲਾ
पैटर्न 7 बुक्स का 3 4 5 6 और 7 बच्चों। और जो ਆਪਾਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਉਹ ਕੁਝ ਫਿਕਸ ਜੀ ਇਨਫੋਰਮੇਸ਼ਨ ਸੀ, ਕੁਝ ਜ਼ਿਆਦਾ ਨਹੀਂ ਹੈਗੀ ਸੀ। ਜਿਹੜੀ ਆਪਾਂ ਇਨਫੋਰਮੇਸ਼ਨ ਦੀ ਗੱਲ ਕਰੀਏ ਤਾਂ ਉਹ ਕੁਝ ਫਿਕਸ ਸੀ। ਤੇ ਇੱਕ ਤਾਂ ਆਪਣੇ ਕੋਲ ਹਿਸਟਰੀ ਜੋ ਸੀ ਉਹ ਉੱਪਰ ਆ ਗਈ ਸੀ ਬੱਚੋ, ਉਸ ਤੋਂ ਬਾਅਦ ਆਪਣੇ ਕੋਲ ਸਿਵਿਕਸ ਆ ਗਈ ਸੀ। ਇੱਥੇ ਮੈਨੂੰ ਯਾਦ ਹੈ ਕੁਝ ਇਸ ਤਰ੍ਹਾਂ ਦਾ ਸੀ। ਇੱਥੇ ਬੱਚੋ ਆਪਾਂ ਨੇ ਭੂਗੋਲ ਨੂੰ ਰੱਖਿਆ ਸੀ ਬੱਚੋ, ਔਰ ਇਸ ਜਗ੍ਹਾ ਤੇ ਆਪਾਂ ਨੇ ਇੰਗਲਿਸ਼ ਨੂੰ ਬੱਚੇ ਬਿਠਾਇਆ ਸੀ, ਠੀਕ ਹੈ ਜੀ। ਔਰ ਇੱਥੇ ਆਪਾਂ ਨੇ ਇਕਨੋਮਿਕਸ ਨੂੰ ਬਿਠਾਇਆ ਸੀ, ਠੀਕ ਹੈ। ਇਹ ਦੋ ਜਗ੍ਹਾ ਖਾਲੀ ਸਨ ਜੋ ਪਿਛਲੇ ਕੁਐਸਚਨ ਦੇ ਵਿੱਚ ਆਪਾਂ ਨੇ ਸਾਇੰਸ ਰੱਖ ਕੇ ਇਸ ਕੁਐਸਚਨ ਨੂੰ ਸੋਲਵ ਕੀਤਾ ਸੀ। ਹੁਣ ਪਲੀਜ਼ ਇਸ ਕੁਐਸਚਨ ਨੂੰ ਪੜੋ ਬੜੇ ਧਿਆਨ ਦੇ ਨਾਲ। ਕੁਐਸਚਨ ਕਹਿ ਕੀ ਰਿਹਾ ਉਸ ਨੂੰ ਦੇਖੋ ਔਰ ਫਿਰ ਉਹਦੇ ਬਿਹਾਫ ਤੇ ਆਪਾਂ ਇਸ ਨੂੰ ਸੋਲਵ ਕਰਾਂਗੇ। ਕਹਿੰਦਾ ਹੇਠਾਂ ਲਿਖੀਆਂ ਵਿੱਚੋਂ ਕਿਹੜੀਆਂ 4 ਕਿਤਾਬਾਂ ਅੰਗਰੇਜ਼ੀ ਕਿਤਾਬਾਂ ਦੇ ਉੱਪਰ ਰੱਖੀਆਂ ਗਈਆਂ ਹਨ। ਪਿਆਰੇ ਬੱਚੋ ਬੜੇ ਧਿਆਨ ਨਾਲ ਇਸ ਕੁਐਸਚਨ ਨੂੰ ਪੜੋ। ਹੇਠਾਂ ਲਿਖੀਆਂ ਵਿੱਚੋਂ ਕਿਹੜੀਆਂ 4 ਕਿਤਾਬਾਂ ਅੰਗਰੇਜ਼ੀ ਕਿਤਾਬ ਦੇ ਉੱਪਰ ਰੱਖੀਆਂ ਗਈਆਂ ਹਨ। ਇਸ ਪ੍ਰਸ਼ਨ ਦਾ ਉੱਤਰ ਦੇਣ ਲਈ ਕਿਹੜੀ ਹੋਰ ਜਾਣਕਾਰੀ ਚਾਹੀਦੀ ਹੈ। ਪਿਆਰੇ ਬੱਚੋ ਇੰਗਲਿਸ਼ ਦੀ ਕਿਤਾਬ ਇਹ ਰਹੀ। ਇੰਗਲਿਸ਼ ਦੇ ਉੱਪਰ ਕਿਹੜੀਆਂ 4 ਕਿਤਾਬਾਂ ਨੇ ਆਪਾਂ ਨੇ ਇਹ ਫਾਈਂਡ ਕਰਨਾ ਹੈ ਔਰ ਇਹਦੇ ਬਿਹਾਫ ਤੇ ਆਪਾਂ ਨੇ ਆਨਸਰ ਦੇਣਾ ਹੈ ਬੱਚੋ। ਮੈਨੂੰ ਇਹਨਾਂ ਤਾਂ ਪਤਾ ਹੈ ਭੂਗੋਲ ਪਈ ਹੈ, ਸਿਵਿਕਸ ਪਈ ਹੈ, ਹਿਸਟਰੀ ਪਈ ਹੈ, ਬਟ ਆਹ ਜਗ੍ਹਾ ਖਾਲੀ ਹੈ। ਇਸ ਜਗ੍ਹਾ ਨੂੰ ਭਰਨ ਦੇ ਲਈ ਇਹਨਾਂ ਵਿੱਚੋਂ ਕਿਹੜੀ ਐਸੀ ਜਾਣਕਾਰੀ ਹੈ ਜੋ ਜ਼ਰੂਰਤ ਹੈ ਉਸ ਦੇ ਰਾਹੀਂ ਅਸੀਂ ਆਨਸਰ ਲੱਭ ਸਕਦੇ ਹਾਂ। ਚਲੋ ਦੇਖਦੇ ਹਾਂ ਪਹਿਲਾ ਹੀ ਕੁਐਸਚਨ ਬੱਚੇ। ਕਹਿੰਦਾ ਇਕਨੋਮਿਕਸ ਕਿਤਾਬ ਅੰਗਰੇਜ਼ੀ ਅਤੇ ਸਾਇੰਸ ਦੀਆਂ ਕਿਤਾਬਾਂ ਵਿਚਕਾਰ ਹੈ। ਪਿਆਰੇ ਬੱਚੋ ਵਾਪਸ ਪੜੋ ਧਿਆਨ ਨਾਲ। ਇਕਨੋਮਿਕਸ ਕਿਤਾਬ ਕਿਹਦੇ ਕਿਹਦੇ ਅੰਗਰੇਜ਼ੀ ਤੇ ਸਾਇੰਸ ਦੀਆਂ ਕਿਤਾਬਾਂ ਵਿਚਕਾਰ ਹੈ। ਆ ਰਹੀ ਪੁੱਤਰ ਅੰਗਰੇਜ਼ੀ, ਆ ਰਹੀ ਇਕਨੋਮਿਕਸ। ਉਹ ਕਹਿੰਦਾ ਜਿਹੜੀ ਇਕਨੋਮਿਕਸ ਹੈ ਨਾ ਕਿਹਦੇ ਕਿਹਦੇ ਅੰਗਰੇਜ਼ੀ ਤੇ ਸਾਇੰਸ, ਇਹਦਾ ਮਤਲਬ ਸਾਇੰਸ ਥੱਲੇ ਆ ਲੋ ਜੀ। ਅਗਰ ਸਾਇੰਸ ਨੀਚੇ ਆ ਗਿਆ, ਸਾਇੰਸ ਨੀਚੇ ਆ ਗਿਆ ਤਾਂ ਉੱਪਰ ਇੱਕ ਹੀ ਬੁੱਕ ਬਚੀ ਹੋਏਗੀ। ਉਹ ਕਿਹੜੀ ਹੋ ਸਕਦੀ ਹੈ? ਮੇਰੇ ਹਿਸਾਬ ਨਾਲ ਉਹ ਕਿਹੜੀ ਹੋਣੀ ਚਾਹੀਦੀ ਹੈ ਚੈੱਕ ਕੀਤਾ ਜਾਏ ਤਾਂ ਆਪਣੇ ਕੋਲ ਕਿੰਨੀਆਂ ਕਿਤਾਬਾਂ ਸਨ। ਹਿਸਟਰੀ ਆਪਾਂ ਨੇ ਬਿਠਾ ਲਈ, ਇੰਗਲਿਸ਼ ਆਪਾਂ ਨੇ ਬਿਠਾ ਲਈ ਹੈ ਨਾ। ਇਕਨੋਮਿਕਸ ਕਿਹੜਾ ਹੋ ਸਕਦਾ ਮੇਰੇ ਹਿਸਾਬ ਨਾਲ? ਫਿਰ ਮੈਥ ਹੋਣਾ ਚਾਹੀਦਾ। ਸ਼ਾਇਦ ਮੈਥ ਵਾਲੀ ਕਿਤਾਬ ਹੈ, ਹਾਂ ਗਣਿਤ ਆਪਣੇ ਕੋਲ ਹੈਗੀ ਹੈ। ਤਾਂ ਇਹ ਵਾਲਾ ਜੋ ਪੁਆਇੰਟ ਹੈ ਆਪਣੇ ਕੋਲ ਗਣਿਤ ਵਾਲਾ, ਇਹ ਆਪਾਂ ਇੱਥੇ ਰੱਖ ਲਾਂਗੇ। ਔਰ ਜਿਵੇਂ ਹੀ ਮੈਥ ਆਇਆ ਤਾਂ ਆਪਣਾ ਆਨਸਰ ਸੋਲਵ ਹੋ ਗਿਆ। ਕੀ ਕਿਹਾ ਸੀ ਉਸਨੇ ਇਹ ਗੱਲ ਕਹੀ ਸੀ ਕਿ ਅੰਗਰੇਜ਼ੀ ਕਿਤਾਬ ਦੇ ਉੱਪਰ ਕਿਹੜੀਆਂ 4 ਕਿਤਾਬਾਂ ਰੱਖੀਆਂ ਗਈਆਂ ਨੇ। ਪਹਿਲੀ ਕੀ ਆਈ? ਭੂਗੋਲ, ਪਹਿਲੀ ਆਪਾਂ ਦੇਖ ਲਈ, ਦੂਸਰੀ ਸਿਵਿਕ, ਤੀਸਰੀ ਹਿਸਟਰੀ, ਚੌਥੀ ਆਪਾਂ ਇਸ ਇਨਫੋਰਮੇਸ਼ਨ ਤੋਂ ਸੋਲਵ ਕਰ ਲਈ। ਲਓ ਜੀ ਆਹ ਜਾਣਕਾਰੀ ਚਾਹੀਦੀ ਤੇ ਆਨਸਰ ਮੇਰਾ ਫਸਟ ਆ ਜਾਏਗਾ। ਹਾਂਜੀ ਪਿਆਰੇ ਬੱਚੋ, मैं उम्मीद करदा ਤੁਹਾਨੂੰ ਇਹ ਕੁਐਸਚਨ ਸਮਝ ਆਏ ਹੋਣਗੇ ਔਰ ਬਹੁਤ ਜਲਦੀ ਤੁਹਾਨੂੰ ਅਗਲੀਆਂ ਵੀਡੀਓਜ਼ ਵੀ ਮਿਲਣਗੀਆਂ ਬੱਚੋ। ਐਂਡ ਸੈਕੰਡਲੀ ਇਹਦਾ ਮੈਂ ਤੁਹਾਨੂੰ ਪ੍ਰੈਕਟਿਸ ਸੈੱਟ ਵੀ ਬੇਟਾ ਦੇਵਾਂਗਾ ਔਰ ਉਹ ਤੁਸੀਂ ਗ੍ਰੇਸ ਅਕੈਡਮੀ ਦੀ ਜੋ ਐਪ ਹੈ ਬੱਚੋ ਉਹਦੇ ਵਿੱਚ ਜਾ ਕੇ ਪੰਜਾਬ ਐਗਜ਼ਾਮ ਦਾ ਤੁਹਾਡਾ ਬੈਚ ਹੈ, ਉਸ ਸੈਕਸ਼ਨ ਦੇ ਵਿੱਚ ਜਿਵੇਂ ਹੀ ਤੁਸੀਂ ਐਂਟਰ ਕਰੋਗੇ ਤੇ ਬਿਲਕੁਲ ਲਾਸਟ ਤੇ ਚਲੇ ਜਾਣਾ ਬੇਟੇ। ਉਸਨੂੰ ਸਕਰੋਲ ਕਰਦੇ ਕਰਦੇ ਤੁਸੀਂ ਚਲੇ ਜਾਓਗੇ ਟੈਸਟ ਸਟੱਡੀ ਮਟੀਰੀਅਲ ਸੈਕਸ਼ਨ ਦੇ ਵਿੱਚ ਜਾਂਦਿਆਂ ਹੀ ਤੁਹਾਨੂੰ ਰੀਜ਼ਨਿੰਗ ਦਾ ਫੋਲਡਰ ਮਿਲੇਗਾ। ਉਹਦੇ ਵਿੱਚ ਤੁਹਾਨੂੰ ਰੀਜ਼ਨਿੰਗ ਸਿਟਿੰਗ ਅਰੇਂਜਮੈਂਟ ਟਾਈਪ 2 ਨਾਮ ਦੀ ਫਾਈਲ ਮਿਲੇਗੀ ਜਿਸ ਤੋਂ ਤੁਸੀਂ ਇਸ ਦੀ ਪ੍ਰੈਕਟਿਸ ਕਰ ਸਕਦੇ ਹੋ। ਪਰ ਪਿਆਰੇ ਬੱਚੋ ਇੱਕ ਤੁਹਾਨੂੰ ਮੈਂ ਬੜੀ ਖੁਸ਼ੀ ਦੀ ਗੱਲ ਦੱਸਦਾ ਹਾਂ, ਅਸੀਂ ਤੁਹਾਨੂੰ ਇਹ ਜਿੰਨੇ ਵੀ ਕੁਐਸਚਨ ਕਰਵਾ ਰਹੇ ਹਾਂ ਇਹ ਸਾਰੇ ਦੇ ਸਾਰੇ ਕੁਐਸਚਨ ਪ੍ਰੀਵੀਅਸ ਐਗਜ਼ਾਮ ਵਿੱਚ ਆਏ ਹੋਏ ਨੇ। ਤਾਂ ਪ੍ਰੀਵੀਅਸ ਐਗਜ਼ਾਮ ਤੋਂ ਚੱਕੇ ਗਏ ਕੁਐਸਚਨ ਨੇ। ਤੁਸੀਂ ਬੜੇ ਹੀ ਧਿਆਨ ਦੇ ਨਾਲ ਇਸ ਤੇ ਮਿਹਨਤ ਕਰੋ। ਤੁਹਾਡੀ ਜੋ ਸਟੱਡੀ ਲੈਵਲ ਹੈ ਜਾਂ ਸਟੱਡੀ ਮਟੀਰੀਅਲ ਹੈ ਤੁਹਾਡਾ ਬਹੁਤ ਹੀ ਸਟੈਂਡਰਡ ਦਾ ਹੈ, ਤਾਂ ਬੜੇ ਹੀ ਧਿਆਨ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਣਾ ਬੱਚੋ। ਓਕੇ ਜੀ, ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦਾ। ਤੁਸੀਂ ਪਲੀਜ਼ ਇਸ ਵੀਡੀਓ ਨੂੰ ਵਾਰ-ਵਾਰ ਦੇਖ ਲਿਓ, 2 ਵਾਰ ਜੇ ਨਾ ਸਮਝ ਆਏ ਤੀਸਰੀ ਵਾਰ ਦੇਖ ਲਿਓ। ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਉੱਥੇ ਐਪਲੀਕੇਸ਼ਨ ਤੇ ਮੇਰਾ ਨੰਬਰ ਹੈ, ਤੁਸੀਂ ਉਸ ਨੰਬਰ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਸਿਟਿੰਗ ਅਰੇਂਜਮੈਂਟ ਦਾ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਡਾਊਟ ਹੋਏਗਾ ਮੈਨੂੰ ਬੜੀ ਖੁਸ਼ੀ ਹੋਏਗੀ, ਮੈਂ ਉਸਨੂੰ ਸੋਲਵ ਕਰਾਂਗਾ। ਓਕੇ ਜੀ, परमात्मा ਤੁਹਾਡੇ ਤੇ ਮਿਹਰ ਕਰੇ ਔਰ ਜੋ ਵੀ ਤੁਹਾਡਾ ਡ੍ਰੀਮ ਹੈ ਤੁਸੀਂ ਬਹੁਤ ਜਲਦੀ ਉਸਨੂੰ ਫੁਲਫਿਲ ਕਰੋ। ਓਕੇ ਜੀ, ਜੈ ਹਿੰਦ, ਥੈਂਕ ਯੂ ਸਭ ਨੂੰ। ਥੈਂਕ ਯੂ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਸੁਣਨ ਦੇ ਲਈ। ਥੈਂਕ ਯੂ ਰਾਜੇ।